ਧੰਨ ਗੁਰਬਾਣੀ ਦੇ ਅੰਦਰ ਗੁਰੂ ਜੀ ਦਾ ਫਰਮਾਨ ਆਉਂਦਾ ਹੈ, ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ, ਗੁਰਦੇਵ ਦੇਵਾਦੀ ਦੇਵ ਸੱਚੇ ਸਤਿਗੁਰ ਗੁਰਦੇਵ ਮਾਤਾ। ਗੁਰਬਾਣੀ ਸਾਨੂੰ ਪਿਤਾ ਦੀ ਤਰ੍ਹਾਂ ਪਿਆਰ ਦਿੰਦੀ ਹੈ। ਗੁਰਦੇਵ ਮਾਤਾ, ਗੁਰਬਾਣੀ ਸਾਨੂੰ ਮਾਤਾ ਦੀ ਤਰ੍ਹਾਂ ਰੂਹਾਨੀਅਤ ਦੀ ਖੁਰਾਕ ਦਿੰਦੀ ਹੈ। ਜਿਵੇਂ ਸਾਡੇ ਸਰੀਰ ਨੂੰ ਜਿੱਥੇ ਖੁਰਾਕ ਦੀ ਲੋੜ ਹੈ, ਉੱਥੇ ਸਾਂਭ ਸੰਭਾਲ ਦੀ ਵੀ ਬੜੀ ਲੋੜ ਹੁੰਦੀ ਹੈ। ਜੇ ਕੇਵਲ ਖੁਰਾਕ ਮਿਲਦੀ ਰਹੇ, ਸਰੀਰ ਦੀ ਸਾਂਭ ਸੰਭਾਈ ਨਾ ਹੋਵੇ, ਤੇ ਬੱਚਾ ਜਿਹੜਾ ਹੈ ਫਿਰ ਵੱਧ ਫੁੱਲ ਨਹੀਂ ਸਕਦਾ। ਧੰਨ ਗੁਰਬਾਣੀ ਸਾਨੂੰ ਪਿਆਰ ਦਿੰਦੀ ਹੈ, ਮਾਂ ਵਰਗਾ, ਪਿਤਾ ਵਰਗਾ, ਸਾਂਭ ਸੰਭਾਲ ਕਰਦੀ ਹੈ ਮਾਤਾ ਪਿਤਾ ਦੀ ਤਰ੍ਹਾਂ। ਸੋ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਜੀ ਸੱਚੇ ਸਤਿਗੁਰ ਕਿਰਪਾ ਕਰ ਰਹੇ ਨੇ, ਸਾਨੂੰ ਇਸੇ ਤਰ੍ਹਾਂ ਸੁਚੇਤ ਕਰਦੇ ਨੇ। ਜਿਵੇਂ ਸਾਡਾ ਆਪਣਾ ਬੱਚਾ ਹੋਵੇ ਤੇ ਅਸੀਂ ਉਹਨੂੰ ਕਿਸੇ ਇਸ ਤਰ੍ਹਾਂ ਦੀ ਜਗ੍ਹਾ ਤੇ ਇਕੱਲੇ ਨੂੰ ਫਿਰਦੇ ਵੇਖੀਏ, ਤੇ ਫਿਰ ਅਸੀਂ ਬੜੀ ਗੌਰ ਦੇ ਨਾਲ ਬੱਚੇ ਨੂੰ ਪੁੱਛਦੇ ਹਾਂ, ਤੂੰ ਇੱਥੇ ਆਇਆ ਕਿਵੇਂ ਹੈ, ਇੱਥੇ ਇਕੱਲਾ ਕਿਵੇਂ ਫਿਰਦਾ ਹੈ, ਕਿੰਦੇ ਪ੍ਰਵਾਸੇ ਤੇ ਇੱਥੇ ਤੂੰ ਤੁਰਿਆ ਫਿਰਦਾ ਹੈ, ਕੌਣ ਹੈ ਤੇਰਾ ਇੱਥੇ ਤੈਨੂੰ ਸੰਭਾਲਣ ਵਾਲਾ? ਕਿਉਂਕਿ ਤੂੰ ਬੱਚਾ ਹੈ, ਤੂੰ ਆਪਣੀ ਸੰਭਾਲ ਆਪ ਨਹੀਂ ਕਰ ਸਕਦਾ। ਮੈਂ ਇੱਕ ਵਾਰੀ ਫਿਰ ਥੋੜਾ ਜਿਹਾ ਯਤਨ ਕਰਾਂ। ਪਾਵਨ ਸ਼ਬਦ ਰਾਮਕਲੀ ਰਾਗ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ 898 ਅੰਗ ਤੇ ਸੁਭਾਇਮਾਨ ਹੈ। ਪਹਿਲੀਆਂ ਦੋ ਤੁਕਾਂ ਦੇ ਅੰਦਰ ਧੰਨ ਗੁਰੂ ਮਹਾਰਾਜ ਜੀ ਨੇ ਸਾਨੂੰ ਇੱਕ ਯੋਗ ਪਿਤਾ ਦੀ ਤਰ੍ਹਾਂ ਡਾਂਟ ਪਾਈ ਹੈ। ਜਿਵੇਂ ਇੱਕ ਸਿਆਣਾ ਪਰਿਵਾਰਿਕ ਮੈਂਬਰ ਮੁਖੀ ਆਪਣੇ ਬੱਚਿਆਂ ਨੂੰ ਪੁੱਛਦਾ, ਤੂੰ ਇੱਥੇ ਕਿਵੇਂ ਆਇਆ? ਜਦੋਂ ਬੱਚੇ ਕਿਤੇ ਇਸ ਤਰ੍ਹਾਂ ਦੀ ਜਗ੍ਹਾ ਤੇ ਹੋਣ ਜਿੱਥੇ ਉਹਨਾਂ ਦਾ ਜੀਵਨ ਸੇਫ ਨਾ ਹੋਵੇ, ਤੇ ਫਿਰ ਉਹਨਾਂ ਨੂੰ ਪੁੱਛਿਆ ਜਾਂਦਾ, ਤੂੰ ਇੱਥੇ ਕਿਵੇਂ ਆਇਆ ਤੇ ਕੀ ਲੈਣ ਆਇਆ, ਕਿਹਦੇ ਨਾਲ ਆਇਆ, ਤੂੰ ਕੌਣ ਲੈ ਕੇ ਆਇਆ ਤੈਨੂੰ? ਇਸੇ ਤਰ੍ਹਾਂ ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਸਾਨੂੰ ਸਵਾਲ ਕਰਦੇ ਨੇ, ਕਿਸ ਪ੍ਰਵਾਸੈ ਵਿਚਰੇ ਭਵਨ? ਇਹ ਧਰਤੀ ਹੈ, ਤਿੰਨ ਭਵਨ ਮੰਨੇ ਗਏ ਨੇ, ਤਿੰਨ ਲੋਕ ਮੰਨੇ ਗਏ ਨੇ, ਪਤਾਲ ਤੇ ਮਾਤ ਲੋਕ ਤੇ ਸਵਰਗ ਲੋਕ। ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਤੂੰ ਇਸ ਮਾਤ ਲੋਕ ਦੇ ਵਿੱਚ ਆਇਆ ਤੇ ਕਿਹਦੇ ਪ੍ਰਵਾਸੀ ਦੇ ਨਾਲ ਆਇਆ ਹੈ, ਕਿਹਦਾ ਭਰੋਸਾ ਹੈ ਤੈਨੂੰ, ਕਿਹਦੇ ਭਰੋਸੇ ਦੇ ਨਾਲ ਤੂੰ ਇੱਥੇ ਵਿਚਰ ਰਿਹਾ ਹੈ? ਕਹਿਣ ਤੋਂ ਭਾਵ ਉਹ ਪਈ ਤੂੰ ਕਿਹਦੇ ਤੇ ਭਰੋਸਾ ਰੱਖਿਆ ਹੋਇਆ ਹੈ, ਜਿਸ ਦੇ ਭਰੋਸੇ ਦੇ ਨਾਲ ਤੂੰ ਇੱਥੇ ਵਿਚਰ ਕੇ ਤੇ ਆਪਣੇ ਜੀਵਨ ਨੂੰ ਸੇਫ ਰੱਖ ਸਕੇ। ਕਿਉਂਕਿ ਸੰਸਾਰ ਇੱਕ ਇਸ ਤਰ੍ਹਾਂ ਦਾ ਮੇਲਾ ਹੈ, ਜਿਵੇਂ ਮੇਲੇ ਵਿੱਚ ਹਰ ਤਰ੍ਹਾਂ ਦੀ ਦੁਕਾਨ ਹੁੰਦੀ ਹੈ ਤੇ ਹਰ ਤਰ੍ਹਾਂ ਦਾ ਬੰਦਾ ਵੀ ਉੱਥੇ ਹੁੰਦਾ ਹੈ। ਕਈ ਚੰਗੇ ਵੀ ਜਾਂਦੇ ਨੇ, ਕਈ ਮਾੜੇ ਵੀ ਜਾਂਦੇ ਨੇ, ਕਈ ਬੁਰੇ ਵੀ ਜਾਂਦੇ ਨੇ। ਇਸੇ ਤਰ੍ਹਾਂ ਮੇਲੇ ਦੇ ਵਿੱਚ ਹਰ ਪ੍ਰਕਾਰ ਦੀਆਂ ਦੁਕਾਨਾਂ ਨੇ। ਇਹ ਸੰਸਾਰ ਇੱਕ ਮੇਲੇ ਦੀ ਤਰ੍ਹਾਂ ਹੈ। ਤੂੰ ਇਸ ਸੰਸਾਰ, ਇਸ ਮਾਤ ਲੋਕ ਤੇ ਵਿਚਰ ਰਿਹਾ ਹੈ, ਤੇ ਇੱਥੇ ਤੇਰੀ ਜਿਹੜੀ ਸੰਭਾਲ ਹੈ ਉਹ ਕਰਨ ਵਾਲਾ ਕੌਣ ਹੈ? ਕਿਹਦੇ ਤੇ ਤੂੰ ਭਰੋਸਾ ਕਰਕੇ ਕਿਹਦੀ ਬਾਂਹ ਪਕੜੀਏ ਕਿ ਇਸ ਸੰਸਾਰ ਦੇ ਅੰਦਰ ਜੋ ਵਕਾਰ ਨੇ, ਬੁਰਾਈਆਂ ਨੇ, ਉਹਨਾਂ ਤੋਂ ਜਿਹੜਾ ਤੈਨੂੰ ਬਚਾ ਸਕੇ ਜੀ। ਮੂੜ ਮੁਗਦ ਤੇਰੀ ਸੰਗੀ ਕਵਨਾ। ਮੂੜ ਕਹਿੰਦੇ ਨੇ ਜਿਹੜਾ ਮਨੁੱਖ ਕਹਿ ਤੋਂ ਵੀ ਮੁੜੇ ਨਾ, ਤੇ ਮੁਗਧ ਉਹਨੂੰ ਕਹਿੰਦੇ ਨੇ ਜਿੰਦੀ ਮੱਤ ਗਧੇ ਵਰਗੀ ਹੋਵੇ। ਤੇਰਾ ਸੰਗੀ ਕਵਨ। ਹੁਣ ਧੰਨ ਗੁਰੂ ਮਹਾਰਾਜ ਜੀ ਸਾਨੂੰ ਡਾਂਟ ਪਾ ਰਹੇ ਨੇ, ਵੇਖ ਮੂੜ ਤੂੰ ਮੁੜਦਾ ਨਹੀਂ, ਤੈਨੂੰ ਅਸੀਂ ਹਟਾ ਰਹੇ ਹਾਂ, ਤੂੰ ਇੱਥੇ ਭਰੋਸਾ ਰੱਖ ਗੁਰੂ ਤੇ, ਗੁਰੂ ਦੀ ਬਾਂਹ ਪਕੜ, ਗੁਰੂ ਨੂੰ ਸੰਗੀ ਮੁਨਾ ਮੁਗਧ ਗਧਿਆਂ ਵਰਗੀ ਮੱਤ ਲਈ ਫਿਰਦਾ। ਤੇਰਾ ਸੰਗੀ ਕੌਣ? ਤੇ ਇੱਥੇ ਦੱਸ ਤੇਰਾ ਸਾਥੀ ਕੌਣ ਹੈ? ਕਿਹਨੂੰ ਤੂੰ ਆਪਣਾ ਸਾਥੀ ਬਣਾਇਆ? ਇੱਕ ਨਿੱਕਾ ਜਿਹਾ ਪ੍ਰਸੰਗ ਹੈ, ਉਹਦੇ ਨਾਲ ਆਪ ਜੀ ਨੂੰ ਥੋੜੀ ਜੀ ਮੂੜ ਤੇ ਮੁਗਧ ਦੀ ਸਮਝ ਆ ਜਾਵੇਗੀ। ਦੋ ਸਾਧੂ ਸਨ, ਫਕੀਰ ਸਨ, ਤੇ ਦੋਵੇਂ ਹੀ ਡੇਰੇ ਦੇ ਵਿੱਚ ਸੇਵਾ ਕਰਿਆ ਕਰਦੇ ਸਨ। ਬੇਹੰਗਮ ਸਨ, ਪਰਿਵਾਰ ਛੱਡਿਆ ਹੋਇਆ ਸੀ, ਸਿੱਧੇ ਮਾਰਗ ਤੇ ਤੁਰ ਰਹੇ ਸਨ। ਦੋਵੇਂ ਹੀ ਸਰੀਰ ਛੱਡ ਗਏ। ਜਦੋਂ ਦੋਵੇਂ ਸਰੀਰ ਛੱਡ ਗਏ ਤੇ ਇੱਕ ਕੁੱਕੜ ਦੀ ਜੂਨ ਦੇ ਵਿੱਚ ਚਲਾ ਗਿਆ ਤੇ ਦੂਜਾ ਬਿੱਲੇ ਦੀ ਜੂਨ ਦੇ ਵਿੱਚ ਚਲਾ ਗਿਆ। ਮੈਂ ਪਹਿਲੋਂ ਮਾਫੀ ਮੰਗ ਲਾਂ,
ਤਰ੍ਹਾਂ ਦੇ ਪ੍ਰਸੰਗ ਹੁੰਦੇ ਨੇ, ਸਾਖੀਆਂ ਹੁੰਦੀਆਂ ਨੇ, ਭਾਵੇਂ ਉਹ ਕਲਪਿਤ ਨੇ, ਪਰ ਉਹਨਾਂ ਦੇ ਵਿੱਚ ਸੱਚਾਈ ਹੁੰਦੀ ਹੈ। ਤੇ ਸੱਚਾਈ ਜਿਹੜੀ ਉਹ ਜ਼ਰੂਰ ਕਿਸੇ ਨਾ ਕਿਸੇ ਦੇ ਉੱਤੇ ਢੋਕਦੀ ਹੁੰਦੀ ਹੈ। ਜਿਹੜਾ ਝੂਠ ਉਹ ਨਹੀਂ ਢੋਕਦਾ। ਝੂਠ ਨੂੰ ਝੂਠ ਤਾਂ ਹੀ ਆਖਿਆ ਜਾਂਦਾ ਹੈ, ਕਿਸੇ ਨਾਲ ਲੱਗਦਾ ਨਹੀਂ ਹੈਗਾ, ਢੋਕਦਾ ਨਹੀਂ ਕਿਸੇ ਤੇ। ਤੇ ਜਿਹੜਾ ਸੱਚ ਹੁੰਦਾ ਨਾ ਉਹ ਜ਼ਰੂਰ ਕਿਸੇ ਨਾ ਕਿਸੇ ਤੇ ਢੋਕਦਾ ਹੁੰਦਾ ਹੈ। ਸੋ ਸਿਰਫ ਮੂਲ ਤੇ ਮੁਕਤ ਦੱਸਣ ਦੇ ਲਈ ਆਪ ਜੀ ਨੂੰ ਮੈਂ ਥੋੜਾ ਜਿਹਾ ਪ੍ਰਸੰਗ ਦੱਸਣ ਲੱਗਾ। ਹੁਣ ਇਹ ਦੋਵੇਂ ਮਰ ਗਏ ਨੇ, ਇੱਕ ਕੁੱਕੜ ਬਣ ਗਿਆ ਤੇ ਇੱਕ ਬਿੱਲਾ ਬਣ ਗਿਆ। ਅਸੀਂ ਵੇਖਿਆ ਕੁੱਕੜ ਜਿਹੜੇ ਘਰਾਂ ਦੇ ਵਿੱਚ ਜ਼ਿਮੀਂਦਾਰਾਂ ਜਾਂ ਹੋਰ ਬਰਾਦਰੀ ਨੇ ਰੱਖੇ ਹੁੰਦੇ ਨੇ, ਉਹਨਾਂ ਦਾ ਸੁਭਾਅ ਹੁੰਦਾ, ਅਸੀਂ ਕਣਕ ਜਿਹੜੀ ਇਹਨਾਂ ਮਕਾਈਆਂ ਮੱਝਾਂ ਨੂੰ ਪਾਉਂਦੇ ਹਾਂ ਰਿੰਨ ਕੇ, ਉਹਦੇ ਵਿੱਚ ਤਕਰੀਬਨ ਹੀ ਕੋਈ ਨਾ ਕੋਈ ਦਾਣਾ ਹੁੰਦਾ ਤੇ ਕੁੱਕੜ ਗੋਹਾ ਫੋਲ ਕੇ ਉਹਦੇ ਚੋਂ ਦਾਣੇ ਕੱਢ ਕੇ ਖਾ ਲੈਂਦਾ ਹੈ। ਰੂੜੀ ਫੋਲਦਾ ਰਹਿੰਦਾ, ਉਹਦੇ ਚੋਂ ਦਾਣੇ ਕੱਢ ਕੇ ਆਪਣੀ ਚੋਗ ਭਾਲ ਕੇ ਤੇ ਖਾ ਲੈਂਦਾ ਹੈ। ਕੁੱਕੜ ਜਿਹੜਾ ਉਹ ਇਸ ਤਰ੍ਹਾਂ ਫੋਲਾ ਪਾਲੀ ਜੀ ਕਰਕੇ ਤੇ ਚੋਗ ਭਾਲ ਰਿਹਾ, ਤੇ ਬਿੱਲਾ ਜਿਹੜਾ ਉਹਦੀ ਨਿਗਾਹ ਪੈ ਗਿਆ। ਬਿੱਲੇ ਨੇ ਜਦੋਂ ਝਪਟ ਮਾਰਨ ਦਾ ਯਤਨ ਕੀਤਾ ਨਾ ਵੀ ਕੁੱਕੜ ਮਿਲ ਗਿਆ ਤੇ ਆਪਾਂ ਛਕੀਏ, ਉਹਨੇ ਆਪਣੇ ਪਿਛਲੇ ਜਨਮ ਦੀ ਬੰਦਗੀ ਸੇਵਾ ਸਿਮਰਨ ਦੇ ਤਪ ਦੇ ਨਾਲ ਇਹ ਸਮਝ ਲਿਆ ਵੀ ਇਹ ਤਾਂ ਮੇਰੇ ਨਾਲ ਦਾ ਹੀ, ਅਸੀਂ ਇਕੱਠੇ ਡੇਰੇ 'ਚ ਰਹਿੰਦੇ ਹੁੰਦੇ ਸਾਂ। ਉਹਦੇ ਕੋਲ ਆ ਗਿਆ ਤੇ ਕੁੱਕੜ ਨੇ ਵੀ ਸਿਆਣ ਲਿਆ ਵੀ ਉਹੀ ਹੈ। ਹੁਣ ਬਿੱਲਾ ਸਵਾਲ ਕਰਦਾ, ਕਹਿੰਦਾ ਤੂੰ ਕੁੱਕੜ ਕਿਵੇਂ ਬਣ ਗਿਆ? ਤੂੰ ਤਾਂ ਬੜੀ ਬੰਦਗੀ ਸਿਮਰਨ ਕਰਦਾ, ਦੱਸ ਤੇਰੀ ਮੁਕਤੀ ਕਿਉਂ ਨਹੀਂ ਹੋਈ? ਕਹਿੰਦਾ ਆ ਜਾ ਬਹਿ ਜਾ, ਦੱਸ ਦਿਨਾ ਤੈਨੂੰ। ਕਹਿੰਦਾ ਭਾਵੇਂ ਮੈਂ ਘਰ ਪਰਿਵਾਰ ਛੱਡਿਆ ਹੋਇਆ ਸੀ, ਸਾਰਾ ਕੁਝ ਛੱਡਿਆ ਹੋਇਆ ਸੀ, ਪਰ ਪਿੰਡ ਦੇ ਵਿੱਚ ਜਦੋਂ ਕੋਈ ਨਾ ਕੋਈ ਗੱਲ ਹੋ ਜਾਂਦੀ ਨਾ, ਕਿਸੇ ਦੀ ਧੀ ਦੀ, ਕਿਸੇ ਦੀ ਭੈਣ ਦੀ, ਕਿਸੇ ਦੀ ਮਾਂ ਦੀ ਜਾਂ ਕਿਸੇ ਦੇ ਬੰਦੇ ਦੀ, ਤੇ ਜਦੋਂ ਪਿੰਡ ਵਾਲੇ ਮੈਨੂੰ ਮਿਲਣ ਆਉਂਦੇ, ਮੈਂ ਫਿਰ ਬੜੇ ਸਵਾਦ ਲੈ ਲੈ ਕੇ ਨਾ ਉਹਨਾਂ ਦੀ ਗੰਦਗੀ ਫੋਲਦਾ। ਇੱਕ ਨੂੰ ਪੁੱਛਦਾ, ਫਿਰ ਦੂਜੇ ਨੂੰ ਪੁੱਛਦਾ ਕਿਵੇਂ ਹੋਈਏ, ਯਾਨੀ ਲੋਕਾਂ ਦੀ ਗੰਦਗੀ ਫੋਲਦਾ ਰਿਹਾ। ਤੇ ਜਦੋਂ ਮੈਂ ਧਰਮਰਾਜ ਦੇ ਜਾ ਕੇ ਪੇਸ਼ ਹੋਇਆ ਨਾ, ਧਰਮਰਾਜ ਮੈਨੂੰ ਕਹਿੰਦਾ ਭਾਈ ਤੂੰ ਬੰਦਗੀ ਸਿਮਰਨ ਤਾਂ ਬੜਾ ਕੀਤਾ, ਪਰ ਜਿਹੜੀ ਗੰਦਗੀ ਫੋਲੀ ਹੈ ਤੈਨੂੰ ਇਹ ਖਾਣੀ ਪੈਣੀ ਹੁਣ। ਤੇ ਆ ਵੇਖ ਲੈ ਗੰਦਗੀ ਫੋਲ ਕੇ ਤੇ ਮੈਂ ਚੋਗ ਚੋਗਦਾ ਫਿਰਦਾ। ਮੂਲ ਮੁੜਿਆ ਨਹੀਂ ਨਾ। ਗੁਰੂ ਨੇ ਬੜਾ ਸਮਝਾਇਆ ਸੀ, ਜਿਵੇਂ ਕੱਲ ਪ੍ਰਸੰਗ ਚੱਲਿਆ ਸੀ, ਪਾਪ ਉਦੋਂ ਤੱਕ ਮਨੁੱਖ ਦਾ ਸਾਥ ਨਹੀਂ ਛੱਡਦੇ ਜਦੋਂ ਤੱਕ ਮਨੁੱਖ ਆਪਣੇ ਸੁਭਾਅ ਨੂੰ ਨਹੀਂ ਬਦਲਦਾ। ਕੱਲਾ ਬਾਣਾ ਪਾਉਣ ਨਾਲ ਜਾਂ ਸਥਾਨ ਦਾ ਪਰਿਵਰਤਨ ਕਰਨ ਦੇ ਨਾਲ ਜੀਵਨ ਸਫਲ ਨਹੀਂ ਹੁੰਦਾ। ਅੰਦਰੋਂ ਮਾਣੇ ਜਿਹੜਾ ਇਹ ਬੁਰਾਈਆਂ ਨੂੰ ਛੱਡ ਦੇਵੇ, ਔਗਣਾਂ ਨੂੰ ਛੱਡ ਜਾਵੇ ਤੇ ਮੁੜ ਜਾਵੇ ਗੁਰੂ ਦੇ ਆਖੇ ਲੱਗ ਕੇ, ਫਿਰ ਅਸੀਂ ਮੂੜ ਦੀ ਗਿਣਤੀ ਦੇ ਵਿੱਚ ਨਹੀਂ ਹੁੰਦੇ। ਤੇ ਜੇ ਅਸੀਂ ਗੁਰੂ ਦੇ ਆਖੇ ਲੱਗ ਕੇ ਮਾੜੇ ਕੰਮਾਂ ਤੋਂ ਮੁੜਦੇ ਹੀ ਨਹੀਂ, ਤੇ ਫਿਰ ਅਸੀਂ ਵੀ ਮੂੜ ਦੀ ਗਿਣਤੀ ਜਾਂ। ਹੁਣ ਕੁੱਕੜ ਕਹਿੰਦਾ ਮੈਂ ਤਾਂ ਦੱਸ ਦਿੱਤਾ ਮੇਰੇ ਨਾਲ ਜੋ ਬਣਿਆ, ਤੇ ਤੂੰ ਵੀ ਦੱਸ ਦੇ। ਬਿੱਲਾ ਕਹਿੰਦਾ ਮੈਂ ਤੇਰੀ ਤਰ੍ਹਾਂ ਇਹ ਬੁਰਾਈ ਤਾਂ ਨਹੀਂ ਸੀ ਕਰਦਾ, ਲੋਕਾਂ ਦੀ ਗੰਦਗੀ ਤੇ ਔਗਣ ਜਿਹੜੇ ਸਨ ਉਹ ਤਾਂ ਗੰਦ ਨਹੀਂ ਸੀ ਫੋਲਦਾ, ਪਰ ਮੇਰੇ ਵਿੱਚ ਇੱਕ ਔਗਣ ਸੀ, ਮੈਂ ਉਧਰੋਂ ਨਹੀਂ ਸਾਂ ਮੁੜਿਆ। ਉਹ ਔਗਣ ਕਿਹੜਾ ਸੀ? ਜਦੋਂ ਕੋਈ ਚੰਗਾ ਗੰਜੈਸ਼ ਵਾਲਾ ਵੇਖਦਾ ਤੇ ਫਿਰ ਮੈਂ ਉਹਦੀ ਮਾਇਆ ਨੂੰ ਝਪਟ ਮਾਰਦਾ। ਜਦੋਂ ਮੈਂ ਧਰਮਰਾਜ ਦੇ ਜਾ ਕੇ ਪੇਸ਼ ਹੋਇਆ ਤੇ ਧਰਮਰਾਜ ਕਹਿੰਦਾ ਜਿਹੜੀਆਂ ਤੂੰ ਝਪਟਾ ਮਾਰ ਮਾਰ ਕੇ ਖਾਧੀਆਂ ਨੇ, ਹੁਣ ਤੇਰੇ ਕਰਮ ਇਸ ਤਰ੍ਹਾਂ ਦੇ ਬਣ ਗਏ ਨੇ, ਚੱਲ ਤੂੰ ਹੁਣ ਝਪਟ ਮਾਰ ਕੇ ਖਾਇਆ ਕਰੇਗਾ, ਤੈਨੂੰ ਇਹ ਜੂਨ ਭੋਗਣੀ ਪੈਣੀ ਹੈ। ਇਹ ਹੁਣ ਇਸ ਕਰਕੇ ਮੈਨੂੰ ਫਿਰ ਬਿੱਲੇ ਦੀ ਜੂਨ ਮਿਲ ਗਈ ਏ, ਤੇ ਬਿੱਲੇ ਦੀ ਜੂਨ ਮਿਲਣ ਕਰਕੇ ਤੇ ਹੁਣ ਫਿਰ ਮੈਂ ਸਹਿ ਲਾ ਕੇ ਬਹਿ ਜਾਂਦਾ ਜਿੱਥੇ ਕੋਈ ਮਿਲ ਜਾਂਦਾ ਹੈ। ਜਿਵੇਂ ਡੇਰੇ 'ਚ ਸਹਿ ਲਾ ਕੇ ਬਿਲਦਾ ਬਹਿੰਦਾ ਹੁੰਦਾ ਸੀ ਵੀ ਬੜਾ ਅਮੀਰ ਆਇਆ, ਇਹਦੀ ਜੇਬ 'ਚ ਮਾਰਾਂਗੇ ਝਪਟਾ ਆਪਾਂ, ਉਵੇਂ ਭਾਈ ਹੁਣ ਇੱਧਰ ਝਪਟਾ ਮਾਰਦਾ ਫਿਰਦਾ। ਮੂੜ ਮੁਗਧ ਤੇਰਾ ਸੰਗੀ ਕਵਣ। ਇਹ ਸਾਖੀਆਂ ਪ੍ਰਸੰਗ ਐਵੇਂ ਨਹੀਂ ਬਣੇ। ਜਦੋਂ ਅਸੀਂ 18 ਪ੍ਰਕਾਰ ਦੇ ਪੁਰਾਣ ਪੜ੍ਹਦੇ ਹਾਂ ਨਾ, ਫਿਰ ਉਦੋਂ ਸੋਝੀ ਆਉਂਦੀ ਹੈ, ਉਦੋਂ ਪਤਾ ਲੱਗਦਾ ਹੈ ਵੀ ਕਿਹੜੇ ਕਰਮ ਦਾ ਫਲ ਸਾਨੂੰ ਕਿਸ ਤਰੀਕੇ ਦੇ ਨਾਲ ਕਿਵੇਂ ਭੋਗਣਾ ਪੈਂਦਾ ਹੈ। ਸੋ ਗੁਰੂ ਮਹਾਰਾਜ ਜੀ ਧੰਨ ਗੁਰੂ ਅਰਜਨ ਦੇਵ ਜੀ ਅੱਜ ਸਾਨੂੰ ਝਿੜਕ ਰਹੇ ਨੇ, ਕਿਸ ਪ੍ਰਭਾਸੇ ਵਿਚਲੇ ਭਵਨ, ਤੂੰ ਕਿੰਦੇ ਤੇ ਭਰੋਸਾ ਰੱਖ ਕੇ ਇੱਥੇ ਨੁਗਰਾ ਜਿਹਾ ਹੋ ਕੇ ਤੁਰਿਆ ਫਿਰਦਾ ਹੈ, ਕਿੰਦੀ ਬਾਹ ਫੜੀਏ ਜਾਂ ਕਿਹਨੂੰ ਤੂੰ ਆਪਣੀ ਬਾਹ ਫੜਾਈਏ, ਕਿੰਦੇ ਆਸਰੇ ਦੁਨੀਆ ਤੇ ਫਿਰ ਰਿਹਾ। ਮੂੜ ਮੁਗਧ ਤੂੰ ਮੁੜਦਾ ਨਹੀਂ, ਤੈਨੂੰ ਅਸੀਂ ਸਮਝਾ ਰਹੇ ਹਾਂ ਤੇ ਤੂੰ ਗਧਿਆਂ ਵਾਲੀ ਬੁੱਧੀ ਦੇ ਨਾਲ ਤੁਰਿਆ ਫਿਰਦਾ। ਤੇਰਾ ਸੰਗੀ ਕਵਣ, ਇੱਥੇ ਤੂੰ ਆਪਣਾ ਸਾਥੀ ਕਿਹਨੂੰ ਬਣਾਇਆ ਹੈ? ਸੰਗੀ ਉਹ ਹੋਵੇ ਜਿਹੜਾ ਸਤ ਸੰਗੀ ਹੋਵੇ।
ਜਿੰਦੇ ਨਾਲ ਤੁਰਿਆ ਸਾਡਾ ਜੀਵਨ ਹੈ ਜਿਹੜਾ ਉਹ ਸੁਖੈਨ ਸੁਖ ਤੇ ਸਫਲ ਹੋਣ ਵਾਲਾ ਹੋਵੇ। ਇਸ ਤਰ੍ਹਾਂ ਦਾ ਦੱਸ ਤੇਰਾ ਸੰਗੀ ਇਸ ਦੁਨੀਆ ਦੇ ਅੰਦਰ ਕੌਣ ਹੈ ਜੀ? ਰਾਮ ਸੰਗੀ ਤਿਸ ਗਤ ਨਹੀਂ ਜਾਣਦੇ। ਜਦੋਂ ਅਸੀਂ ਕਿਸੇ ਨੂੰ ਸਵਾਲ ਕਰਦੇ ਹਾਂ, ਜਿਵੇਂ ਹੁਣ ਪ੍ਰਸੰਗ ਹੀ ਚੱਲ ਰਿਹਾ, ਬੱਚੇ ਨੂੰ ਜਦੋਂ ਪੁੱਛਿਆ ਗਿਆ ਤੂੰ ਇੱਥੇ ਮੇਲੇ ਦੇ ਵਿੱਚ ਕਿਹਦੇ ਨਾਲ ਆਇਆ ਹੈ, ਪਿਤਾ ਨੇ ਵੇਖ ਕੇ ਜਾਂ ਚਾਚੇ ਤਾਏ ਨੇ ਕਿਸੇ ਹੋਰ ਬਜ਼ੁਰਗ ਸਿਆਣੇ ਨੇ ਵੇਖ ਕੇ ਡਾਂਟ ਮਾਰੀ ਹੈ, ਤੂੰ ਇੱਥੇ ਇਕੱਲਾ ਕੀ ਕਰਦਾ, ਇਕੱਲਾ ਕਿਉਂ ਕਰਦਾ ਹੈ? ਤੇ ਫਿਰ ਬੱਚਾ ਠੱਠਾ ਭਰ ਜਾਂਦਾ ਹੈ, ਉਹਨੂੰ ਕੋਈ ਉੱਤਰ ਨਹੀਂ ਆਉਂਦਾ। ਫਿਰ ਸਿਆਣਾ ਬਜ਼ੁਰਗ ਜਿਹੜਾ ਉਹ ਦੱਸਦਾ ਤੂੰ ਹੁਣ ਆ ਤੇ ਗਿਆ ਹੈ, ਚੱਲ ਠੀਕ ਹੈ ਤੇ ਇਹਦੀ ਸੰਗਤ ਕਰ ਲਾ। ਹੁਣ ਗੁਰੂ ਮਹਾਰਾਜ ਜੀ ਸਾਨੂੰ ਦੱਸਦੇ ਨੇ ਵੀ ਆ ਤਾਂ ਅਸੀਂ ਇਸ ਦੁਨੀਆ ਦੇ ਅੰਦਰ ਗਏ ਆ ਤੇ ਅਜੇ ਕਿਸੇ ਦਾ ਸਾਥ ਨਹੀਂ ਬਣਾਇਆ, ਸੰਗੀ ਕਿਸੇ ਨੂੰ ਨਹੀਂ ਬਣਾਇਆ। ਤੇ ਫਿਰ ਇਸ ਤਰ੍ਹਾਂ ਦਾ ਰਾਮ ਸੰਗੀ, ਤੂੰ ਉਸ ਪਰਮਾਤਮਾ ਨੂੰ ਆਪਣਾ ਸੰਗੀ ਬਣਾ ਲਾ, ਉਹ ਤੈਨੂੰ ਇਸ ਸੰਸਾਰ ਦੇ ਵਿੱਚ ਇਹਨਾਂ ਬੁਰਾਈਆਂ ਬਕਾਰਾਂ ਤੋਂ ਬਚਾ ਕੇ ਰੱਖੇਗਾ। ਮੇਰੇ ਖਿਆਲ ਗੱਲ ਪਕੜ ਦੇ ਵਿੱਚ ਆ ਗਈ ਹੋਣੀ ਹੈ। ਰਾਮ ਸੰਗੀ ਤਿਸ ਗਤ ਨਹੀਂ ਜਾਣੇ, ਜਿਹੜਾ ਤੇਰਾ ਸਾਥ ਦੇਣ ਵਾਲਾ ਪਰਮਾਤਮਾ, ਕੀ ਤੂੰ ਉਹਨੂੰ ਜਾਣਿਆ ਨਹੀਂ? ਤੂੰ ਉਹਨੂੰ ਜਾਣਨਾ ਕਰ, ਉਸ ਵਾਹਿਗੁਰੂ ਨੂੰ ਆਪਣਾ ਸੰਗੀ ਬਣਾਣਾ ਕਰ। ਮੈਂ ਥੋੜੀ ਜੀ ਮਿਹਨਤ ਹੋਰ ਕਰਾਂਗਾ ਤਾਂ ਕਿ ਧੰਨ ਗੁਰੂ ਅਰਜਨ ਦੇਵ ਜੀ ਸੱਚੇ ਸਤਿਗੁਰ ਨੇ ਜੋ ਸਾਨੂੰ ਗਿਆਨ ਦੀ ਦਾਤ ਦਿੱਤੀ ਹੈ ਸਾਡੇ ਪੱਲੇ ਪੈ ਜਾਵੇ, ਸਾਨੂੰ ਗੱਲ ਦੀ ਸਮਝ ਆ ਜਾਵੇ। ਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ, ਕਿਸ ਪ੍ਰਭਾਸੇ ਵਿਚਰੇ ਭਵਨ, ਇਹ ਜਗਤੇ ਜਿਹੜਾ ਇਹ ਦੁਨੀਆ ਜਿਹੜੀ ਭਵਨ ਤਿੰਨ ਮੰਨੇ ਗਏ ਨੇ, ਪਤਾਲ, ਮਾਤ ਲੋਕ ਤੇ ਸਵਰਗ ਲੋਕ। ਇਸ ਭਵਨ ਦੇ ਵਿੱਚ ਜੋ ਅਸੀਂ ਵਿਚਰ ਰਹੇ ਹਾਂ ਮਾਤ ਲੋਕ ਤੇ, ਇੱਥੇ ਅਸੀਂ ਕਿਹਦੇ ਪ੍ਰਵਾਸੇ ਵਿਚਰ ਰਹੇ ਹਾਂ, ਕਿਹਦੇ ਤੇ ਭਰੋਸਾ ਕੀਤਾ ਵੀ ਇਹ ਸਾਨੂੰ ਤਾਰ ਦੇਗਾ? ਮੂਲ ਮੁੱਦ ਤੇਰਾ ਸੰਗੀ ਕਵਣ, ਤੇ ਗੁਰੂ ਜੀ ਝਿੜਕ ਕੇ ਕਹਿੰਦੇ ਨੇ ਮੂਰਖਾ ਤੂੰ ਮੁੜਦਾ ਨਹੀਂ, ਤੈਨੂੰ ਕਿੰਨਾ ਸਮਝਾਉਂਦੇ, ਕਦੇ ਹਮਾਰੀ ਬੁੱਧੀ ਲਈ ਫਿਰਦਾ, ਤੇ ਤੇਰਾ ਕੌਣ ਸੰਗੀ ਹੈ, ਕਿਹੜਾ ਸਾਥੀ ਹੈ, ਤੇਰਾ ਬਚਾਅ ਕਰਨ ਵਾਲਾ ਕਿਹੜਾ ਹੈ? ਸਾਰੇ ਤੈਨੂੰ ਲੁੱਟਣ ਵਾਲੇ ਨੇ, ਕਾਮ ਕ੍ਰੋਧ ਵਕਾਰੇ ਬੁਰਾਈਆਂ ਚੋਰ ਨੇ, ਇਹ ਤੇਰੇ ਨਾਲ ਧੋਖਾ ਕਰਨ ਵਾਲੇ ਨੇ। ਰਾਮ ਸੰਗੀ ਤੂੰ ਰੱਬ ਨੂੰ ਵਾਹਿਗੁਰੂ ਨੂੰ ਆਪਣਾ ਸਾਥੀ ਬਣਾ, ਤਿਸ ਗਤ ਨਹੀਂ ਜਾਣੇ, ਉਹਦੀ ਮਰਿਆਦਾ ਨੂੰ ਤੂੰ ਕਿਉਂ ਨਹੀਂ ਜਾਣਨਾ ਕਰਦਾ? ਉਸ ਪਰਮਾਤਮਾ ਵਾਹਿਗੁਰੂ ਦੀ ਮਰਿਆਦਾ ਦੇ ਵਿੱਚ ਰਹਿਣਾ ਕਰ, ਗੁਰੂ ਦੀ ਮਰਿਆਦਾ ਦੇ ਵਿੱਚ ਰਹਿਣਾ ਕਰ ਤੇ ਵਾਹਿਗੁਰੂ ਨੂੰ ਆਪਣਾ ਸੰਗੀ ਬਣਾਉਣਾ ਕਰ। ਪੰਜ ਬਟਵਾਰੇ ਸੇ ਮੀਤ ਕਰ ਮਨ ਹੈ। ਹੁਣ ਜਦੋਂ ਬੱਚਾ ਕਿਸੇ ਗਲਤ ਬੱਚਿਆਂ ਦੇ ਨਾਲ ਹੋਵੇ ਤੇ ਅਸੀਂ ਫਿਰ ਉਹਨਾਂ ਬੱਚਿਆਂ ਦੇ ਔਗਣ ਆਪਣੇ ਬੱਚਿਆਂ ਨੂੰ ਦੱਸਦੇ ਹਾਂ ਵੀ ਤੂੰ ਇਹਨਾਂ ਦੇ ਨਾਲ ਤੁਰਿਆ ਫਿਰਦਾ, ਇਹਨਾਂ ਤੇ ਭਰੋਸਾ ਕੀਤਾ ਹੀ। ਧੰਨ ਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ, ਸਾਨੂੰ ਦੱਸਦੇ ਨੇ ਪੰਜ ਬਟਵਾਰੇ। ਬਟਵਾਰੇ ਕਹਿੰਦੇ ਨੇ ਲੁੱਟ ਖੋਹ ਕਰਨ ਵਾਲੇ, ਲੁਟੇਰਿਆਂ ਨੂੰ, ਰਸਤੇ ਜਾਂਦਿਆਂ ਨੂੰ ਘਾਤ ਕਰਨ ਵਾਲੇ। ਪੰਜ ਵਕਾਰ ਨੇ, ਕਾਮ ਕ੍ਰੋਧ ਲੋਭ ਹੰਕਾਰ ਸੇ ਬੀਤ ਕਰ ਮਾਨੇ, ਤੂੰ ਇਹਨਾਂ ਦਾ ਮਿੱਤਰ ਬਣਾਈ ਬੈਠਾ ਹੈ। ਪੰਜ ਬਟਵਾਰੇ ਪੰਜ ਵਕਾਰ ਨੇ, ਸੇ ਮੀਤ ਕਰ ਮਾਨੇ, ਇਹਨਾਂ ਤੂੰ ਆਪਣਾ ਮਿੱਤਰ ਮੰਨਦਾ ਜਿਹੜੇ ਤੇਰੀ ਜ਼ਿੰਦਗੀ ਨੂੰ ਤਬਾਹ ਕਰਨ ਵਾਲੇ ਨੇ, ਤੇਰੀ ਜ਼ਿੰਦਗੀ ਨੂੰ ਬਰਬਾਦ ਕਰਨ ਵਾਲੇ ਹਨ। ਸੋ ਕਰ ਸੇਵ ਜਿਤ ਉਦਰਹਿ ਮੀਤ। ਅੱਗੇ ਸੱਚੇ ਸਤਿਗੁਰ ਕਿਰਪਾ ਕਰਦੇ ਨੇ, ਰਹਿਮਤ ਕਰਦੇ ਨੇ। ਜਿਵੇਂ ਆਪਾਂ ਬੱਚੇ ਨੂੰ ਕਹਿ ਦਈਏ ਨਾ ਤੂੰ ਅਜੇ ਛੋਟਾ ਹੈ ਤੇ ਆਪਣੇ ਘਰ ਦੇ ਵਿੱਚ ਹੀ ਰਹਿਣਾ ਕਰ, ਜੇ ਜਾਣਾ ਹੈ ਤੇ ਆਪਣੇ ਮਾਤਾ ਪਿਤਾ ਦੇ ਨਾਲ ਜਾਇਆ ਕਰ, ਚਾਚੇ ਤਾਇਆ ਆਪਣਿਆਂ ਦੇ ਨਾਲ ਜਾਇਆ ਕਰ, ਇਸ ਤਰ੍ਹਾਂ ਦੀ ਮਾੜੀ ਸੰਗਤ ਦੇ ਵਿੱਚ ਨਾ ਜਾਇਆ ਕਰ। ਸੋ ਗੁਰੂ ਜੀ ਰਹਿਮਤ ਕਰਦੇ ਨੇ, ਸੋ ਘਰ ਸੇਵ ਜਿਤ ਉਦਰਹਿ ਮੀਤ, ਤੂੰ ਉਸ ਘਰ ਦੀ ਸੇਵਾ ਕਰ ਜਿਸ ਘਰ ਦੀ ਸੇਵਾ ਕੀਤਿਆਂ ਤੇਰਾ ਭਲਾ ਹੋ ਜੀ। ਹੁਣ ਉਹ ਘਰ ਕਿਹੜਾ? ਉਹ ਗੁਰੂ ਘਰ ਹੈ ਭਾਈ, ਮਾਤਾ ਪਿਤਾ ਦਾ ਘਰ ਹੈ। ਮਾਤਾ ਪਿਤਾ ਦੀ ਸੇਵਾ ਕਰੀਏ, ਗੁਰੂ ਘਰ ਦੀ ਸੇਵਾ ਕਰੀਏ। ਇਸ ਤਰ੍ਹਾਂ ਮਾਤਾ ਪਿਤਾ ਤੇ ਗੁਰੂ ਦੀ ਸੇਵਾ ਕੀਤਿਆਂ ਸਾਡਾ ਜੀਵਨ ਸਫਲ ਹੋ ਜਾਂਦਾ ਹੈ। ਜਿਹੜੇ ਮਾਤਾ ਪਿਤਾ ਦਾ ਆਖਾ ਛੱਡ ਕੇ ਕਿਸੇ ਹੋਰ ਦੇ ਆਖੇ ਲੱਗਦੇ ਨੇ, ਮਾੜੀ ਸੰਗਤ ਕਰਦੇ ਨੇ, ਤੇ ਅੱਜ ਸਮਾਜ ਦੇ ਵਿੱਚ ਨਸ਼ਿਆਂ ਦੀ ਜਿਹੜੀ ਬਹੁਲਤ ਆਈ ਹੈ ਨਾ, ਇਹ ਇਸੇ ਤਰ੍ਹਾਂ ਹੋਈ ਹੈ। ਇੱਕ ਵਿਗੜਿਆ ਹੁੰਦਾ ਹੈ, ਉਹ ਫਿਰ ਦੂਜੇ ਨੂੰ ਆਪਣਾ ਸਾਥੀ ਬਣਾ ਲੈਂਦਾ ਹੈ ਤੇ ਦੂਜੇ ਦਾ ਘਰ ਵੀ ਉਹ ਪੱਟ ਦਿੰਦਾ ਹੈ। ਕਿਤਨੇ ਬੱਚੇ ਮਰ ਰਹੇ ਨੇ ਇਸ ਤਰ੍ਹਾਂ, ਜਿਹੜੇ ਆਪਣੇ ਘਰ ਨੂੰ ਛੱਡ ਕੇ ਤੇ ਦੂਜਿਆਂ ਦੇ ਘਰ ਨੂੰ ਚੰਗਾ ਜਾਂ ਦੂਜਿਆਂ ਦੀ ਸਿੱਖਿਆ ਨੂੰ ਚੰਗੀ ਸਮਝਦੇ ਨੇ। ਸੋ ਧੰਨ ਗੁਰੂ ਅਰਜਨ ਦੇਵ ਜੀ ਸਾਨੂੰ ਸਮਝਾ ਰਹੇ ਨੇ, ਇੱਥੇ ਵਰਤ ਰਹੇ ਨੇ, ਸੋ ਘਰ ਸੇਵ। ਸੇਵ ਦਾ ਅਰਥ ਸੇਵਾ ਹੈ, ਤੇ ਉਸ ਘਰ ਦੀ ਸੇਵਾ ਕਰ ਜਿਤ ਉਦਰਹਿ ਮੀਤ, ਜਿਹੜੇ ਘਰ ਦੀ ਸੇਵਾ ਕੀਤਿਆਂ ਤੇਰਾ ਭਲਾ ਹੋ ਜੇ। ਹੁਣ ਉਹ ਘਰ ਹੈ ਜਿਹੜਾ ਇਹ ਗੁਰੂ ਦਾ ਘਰ ਹੈ। ਗੁਰੂ ਦੇ ਘਰ ਦੀ ਸੇਵਾ ਕਰ, ਗੁਰੂ ਦੇ ਘਰ ਦੀ ਸੇਵਾ ਕੀਤਿਆਂ ਗੁਰੂ ਸਵਾਰਿਆ ਤੇਰਾ ਜੀਵਨ ਹੈ ਜਿਹੜਾ ਇਹ ਸਫਲ ਹੋ ਜਾਵੇਗਾ ਜੀ।
ਗੁਣ ਗੋਬਿੰਦ ਰਵੀਏ ਦਿਨ ਰਾਤੀ, ਸਾਧ ਸੰਗ ਕਰ ਮਨ ਕੀ ਪੀਤ। ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਸੱਚੇ ਸਤਿਗੁਰ ਨੇ ਸਾਨੂੰ ਸੇਵਾ ਤੇ ਸਿਮਰਨ ਦੇ ਨਾਲ ਜੋੜਿਆ। ਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ। ਜਿਵੇਂ ਪੰਛੀ ਨੂੰ ਆਕਾਸ਼ ਦੇ ਵਿੱਚ ਉਡਾਰੀਆਂ ਮਾਰਨ ਦੇ ਲਈ ਦੋ ਪਰਾਂ ਦੀ ਲੋੜ ਹੁੰਦੀ ਹੈ, ਤੇ ਫਿਰ ਉਹ ਆਕਾਸ਼ ਦੇ ਵਿੱਚ ਉਡਾਰੀਆਂ ਮਾਰਦਾ, ਉਸੇ ਤਰ੍ਹਾਂ ਗੁਰਸਿੱਖ ਜਿਹੜਾ ਇਹਦੇ ਵੀ ਦੋ ਪਰ ਨੇ, ਇੱਕ ਸੇਵਾ ਤੇ ਇੱਕ ਸਿਮਰਨ। ਸੇਵਾ ਤੇ ਸਿਮਰਨ ਦੇ ਬਲ ਦੇ ਨਾਲ ਅਧਿਆਤਮਕ ਦੀ ਦੁਨੀਆ ਦੇ ਵਿੱਚ ਉਡਾਰੀਆਂ ਮਾਰੀਆਂ ਜਾਂਦੀਆਂ ਨੇ। ਗੁਰੂ ਮਹਾਰਾਜ ਜੀ ਨੇ ਪਹਿਲੀ ਤੁਕ ਦੇ ਵਿੱਚ ਸਾਨੂੰ ਦੱਸਿਆ ਸੀ, ਗੁਰੂ ਘਰ ਦੀ ਸੇਵਾ ਕਰ, ਆਪਣੇ ਮਾਤਾ ਪਿਤਾ ਦੀ ਸੇਵਾ ਕਰ, ਜਿਤ ਉਧਰੇ ਮੀਤ ਹੈ ਮਿੱਤਰ ਪਿਆਰਿਆ, ਇਸ ਦੇ ਨਾਲ ਤੇਰਾ ਭਲਾ ਹੋ ਜਾਵੇਗਾ। ਵੇਖੀ ਕਿਤੇ ਕੱਲੀ ਸੇਵਾ ਜਿਹੜੀ ਏ ਉਧਰੀ ਨਾ ਲੱਗਿਆ ਨਹੀਂ, ਥੋੜਾ ਸਿਮਰਨ ਵੀ ਕਰ ਲਈ। ਗੁਣ ਗੋਬਿੰਦ ਰਵੀਏ ਦਿਨ ਰਾਤੀ, ਦਿਨ ਤੇ ਰਾਤ ਸੇਵਾ ਕਰਦਾ ਹੋਇਆ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਨੇ ਨਾ ਜਿਹੜੇ, ਉਹਨਾਂ ਨੂੰ ਵੀ ਆਪਣੇ ਅੰਦਰ ਵਸਾਉਂਦਾ ਰਹੀਂ। ਸੇਵਾ ਕਰਨ ਦਾ ਮਕਸਦ ਇਹ ਹੁੰਦਾ ਹੈ, ਜਦੋਂ ਅਸੀਂ ਸੇਵਾ ਕਰਦੇ ਹਾਂ ਤੇ ਸੇਵਾ ਕਰਦੇ ਗੁਰੂ ਮਹਾਰਾਜ ਜੀ ਦੀ ਜਿਹੜੀਆਂ ਦਾਤਾਂ ਨੇ, ਜਿਹੜੇ ਗੁਣ ਨੇ, ਉਹ ਸਾਡੇ ਅੰਦਰ ਆ ਜਾਣ। ਜਦੋਂ ਸਾਡੇ ਅੰਦਰ ਚੰਗੇ ਗੁਣ ਹੋਣਗੇ, ਚੰਗੇ ਗੁਣਾਂ ਦੇ ਨਾਲ ਹੀ ਸਾਡਾ ਭਲਾ ਹੋਵੇਗਾ। ਸੋ ਗੁਰੂ ਜੀ ਰਹਿਮਤ ਕਰਦੇ ਨੇ, ਗੁਣ ਗੋਬਿੰਦ ਰਵੀ ਹੈ ਦਿਨ ਰਾਤੀ, ਦਿਨ ਤੇ ਰਾਤ ਗੁਰੂ ਮਹਾਰਾਜ ਜੀ ਦੇ ਗੁਣਾਂ ਦਾ ਧਾਰਨੀ ਹੋ, ਗੁਣਾਂ ਨੂੰ ਗਾਇਨ ਕਰਿਆ ਕਰ। ਸਾਧ ਸੰਗ ਕਰ ਮਨ ਕੀ ਪ੍ਰੀਤ, ਤੇ ਸਾਧ ਸੰਗਤ ਦੇ ਵਿੱਚ ਜ਼ਰੂਰ ਆਉਣਾ ਹੈ। ਸਾਧ ਸੰਗਤ ਜਿਹੜੀ ਕਰਨੀ ਹੈ ਨਾ, ਮਨ ਕੀ ਪ੍ਰੀਤ, ਮਨ ਦੀ ਪ੍ਰੀਤ ਦੇ ਨਾਲ ਕਰਨੀ ਹੈ, ਧੱਕੇਸ਼ਾਹੀ ਦੇ ਨਾਲ ਨਹੀਂ ਕਰਨੀ। ਫਰਜ਼ ਜਿਹਾ ਪੂਰਾ ਨਹੀਂ ਕਰਨਾ, ਲੋਕ ਵਿਖਾਵਾ ਨਹੀਂ ਕਰਨਾ। ਤੇਰੇ ਮਨ ਦੇ ਵਿੱਚ ਇਹ ਪ੍ਰੀਤ ਹੋਣੀ ਚਾਹੀਦੀ ਹੈ ਵੀ ਮੈਂ ਸੰਗਤ ਦੇ ਵਿੱਚ ਜਾਣਾ ਹੈ ਤੇ ਸੰਗਤ ਦੇ ਵਿੱਚੋਂ ਕੁਝ ਸਿੱਖਣਾ ਹੈ, ਕਿਉਂਕਿ ਸੰਗਤ ਹੀ ਗੁਰੂ ਮਹਾਰਾਜ ਜੀ ਦੀ ਉਹ ਜਮਾਤ ਹੈ, ਉਹ ਕਲਾਸ ਹੈ ਜਿੱਥੋਂ ਸਾਨੂੰ ਗਿਆਨ ਦੀ ਦਾਤ ਪ੍ਰਾਪਤ ਹੁੰਦੀ ਹੈ। ਸੰਗਤ ਤੋਂ ਬਿਨਾਂ ਸਾਨੂੰ ਇਹ ਗਿਆਨ ਦੀ ਦਾਤ ਹੈ ਜਿਹੜੀ, ਇਹ ਨਹੀਂ ਪ੍ਰਾਪਤ ਹੋਏਗੀ। ਅਸੀਂ ਸੰਗਤ ਦੇ ਵਿੱਚ ਆਵਾਂਗੇ, ਸੰਗਤ ਦੇ ਵਿੱਚ ਆਣ ਕੇ ਗੁਰੂ ਮਹਾਰਾਜ ਜੀ ਦੀ ਬਾਣੀ ਨੂੰ ਸੁਣਾਂਗੇ, ਬਾਣੀ ਦੀ ਸਿੱਖਿਆ ਸੁਣਾਂਗੇ, ਗੁਰਬਾਣੀ ਤੋਂ ਸਾਨੂੰ ਗਿਆਨ ਦੀ ਦਾਤ ਪ੍ਰਾਪਤ ਹੋਏਗੀ ਤੇ ਸਾਡਾ ਜਿਹੜਾ ਮਨ ਹੈ ਇਹ ਗੁਣਾਂ ਨੂੰ ਆਪਣੇ ਅੰਦਰ ਵਸਾਉਣਾ ਕਰੇਗਾ, ਗੁਣਾਂ ਦਾ ਧਾਰਨੀ ਹੋਏਗਾ। ਫਿਰ ਹੀ ਅਸੀਂ ਆਪਣੇ ਅੰਦਰ ਦੀ ਤਬਦੀਲੀ ਪਰਿਵਰਤਨ ਕਰਾਂਗੇ। ਸੋ ਸੱਚੇ ਸਤਿਗੁਰੂ ਨੇ ਰੋ ਵਾਲੀਆਂ ਤੁਕਾਂ ਦੇ ਵਿੱਚ ਸਾਨੂੰ ਪ੍ਰੇਰਿਆ ਹੈ ਵੀ ਇੱਕ ਤਾਂ ਮਾਤਾ ਪਿਤਾ ਤੇ ਗੁਰੂ ਘਰ ਦੀ ਸੇਵਾ ਕਰਨੀ ਹੈ, ਮਾੜਿਆਂ ਦੇ ਆਖੇ ਨਹੀਂ ਲੱਗਣਾ, ਮਾੜੀ ਸੰਗਤ ਦੇ ਵਿੱਚ ਨਹੀਂ ਜਾਣਾ, ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਇਨ ਕਰਨੇ ਨੇ ਤੇ ਸਤ ਸੰਗਤ ਕਰਨੀ ਹੈ ਮਨ ਦੀ ਪ੍ਰੀਤ ਕਰਕੇ ਜੀ। ਜਨਮ ਬਿਹਾਨੋ ਅਹੰਕਾਰ ਅਰਵਾਦ, ਅੱਗੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਵਿਸ਼ਰਾਮ ਲਾ ਕੇ ਜਨਮ ਬਹਾਨੋ, ਬਹਾਨੋ ਦਾ ਅਰਥ ਹੁੰਦਾ ਗੁਜ਼ਰ ਚੱਲਿਆ ਏ। ਜਨਮ ਜਿਹੜਾ ਇਹ ਸਾਡਾ ਗੁਜ਼ਰ ਚੱਲਿਆ ਏ। ਅਹੰਕਾਰ ਅਰ ਵਾਦ, ਵਾਦ ਦਾ ਅਰਥ ਹੁੰਦਾ ਲੜਾਈਆਂ ਦੇ ਵਿੱਚ, ਤੇ ਅਹੰਕਾਰ ਦਾ ਅਰਥ ਹੈ ਹੰਕਾਰ ਦੇ ਵਿੱਚ ਰਹਿਣਾ। ਜਨਮ ਬਿਹਾਨੋ, ਅਸੀਂ ਗੁਰੂ ਮਹਾਰਾਜ ਜੀ ਦੇ ਸੰਦੇਸ਼ ਨੂੰ, ਉਪਦੇਸ਼ ਨੂੰ ਜੀਵਨ ਦੇ ਵਿੱਚ ਨਹੀਂ ਵਸਾਇਆ। ਅਸੀਂ ਆਪਣਾ ਜੀਵਨ ਹੈ ਨਾ ਜਿਹੜਾ, ਆਪਣੀ ਜ਼ਿੰਦਗੀ ਹੈ ਜਿਹੜੀ, ਇਹਨੂੰ ਬਰਬਾਦ ਕਰ ਰਹੇ ਹਾਂ, ਇਹਨੂੰ ਅਸੀਂ ਗੁਜ਼ਾਰ ਰਹੇ ਹਾਂ। ਜੀਵਨ ਖਤਮ ਹੋਣ ਵਾਲਾ ਹੈ, ਪਰ ਇਹ ਦੋ ਔਗਣ ਨੇ ਜਿਹੜੇ, ਇਹਨਾਂ ਦੋ ਔਗਣਾਂ ਕਰਕੇ ਸਾਡੇ ਅੰਦਰ ਪਰਿਵਰਤਨ ਨਹੀਂ ਆਇਆ, ਸਾਡੇ ਅੰਦਰ ਤਬਦੀਲੀ ਨਹੀਂ ਆਈ। ਹੰਕਾਰ ਕੀ ਹੈ? ਇੱਕ ਸਿਆਣੇ ਮਨੁੱਖ ਨੇ ਕਹਿ ਦਿੱਤਾ ਵੀ ਸਾਨੂੰ ਇੱਥੇ ਨਾ ਨੰਗੇ ਸਿਰ ਨਹੀਂ ਹੋਣਾ ਚਾਹੀਦਾ, ਤੇ ਦੂਜੇ ਨੇ ਅੱਗੋਂ ਹੰਕਾਰ ਦੇ ਵੱਸ ਆ ਕੇ ਕਹਿ ਦਿੱਤਾ ਅਸੀਂ ਆਉਂਦੇ ਹੀ ਨਹੀਂ। ਬਸ ਇਹੀ ਹੰਕਾਰ ਹੈ ਵੀ ਤੂੰ ਸਾਨੂੰ ਕਹਿ ਦਿੱਤਾ ਨੰਗੇ ਸਿਰ ਨਹੀਂ ਆਉਣਾ ਤੇ ਅਸੀਂ ਆਉਂਦੇ ਹੀ ਨਹੀਂ। ਇਹ ਕੀ ਹੈ? ਇਹ ਅੰਦਰ ਦਾ ਹੰਕਾਰ ਹੈ। ਹੰਕਾਰ ਆਖੇ ਨਹੀਂ ਲੱਗਣ ਦਿੰਦਾ। ਬਸ ਜਿਹੜੇ ਮਨੁੱਖ ਦੇ ਅੰਦਰ ਹੰਕਾਰ ਹੈ ਨਾ, ਉਹ ਆਖੇ ਨਹੀਂ ਲੱਗੇਗਾ। ਜਿਹੜੇ ਬੱਚੇ ਦੇ, ਜਿਹੜੇ ਮਨੁੱਖ ਦੇ, ਜਿਹੜੇ ਸਰੀਰ ਦੇ ਵਿੱਚ ਹੰਕਾਰ ਹੈ, ਉਹ ਆਖੇ ਨਹੀਂ ਲੱਗੇਗਾ। ਇਹ ਹੰਕਾਰ ਦੀ ਪੱਕੀ ਜੜ ਹੈ, ਪੱਕੀ ਨਿਸ਼ਾਨੀ ਹੈ। ਤੇ ਜਦੋਂ ਆਖੇ ਨਹੀਂ ਲੱਗਣਗੇ ਤੇ ਬਾਅਦ ਵਿੱਚ ਲੜਾਈ ਤਾਂ ਹੋਣੀ ਹੈ। ਜਨਮ ਬਹਾਨੋ ਅਹੰਕਾਰ ਅਰ ਬਾਦ, ਜੇ ਕੋਈ ਗੱਲ ਆਖਦਾ ਨਾ, ਸਾਨੂੰ ਉਹਦੇ ਤੇ ਵਿਚਾਰ ਕਰਨੀ ਚਾਹੀਦੀ ਹੈ ਵੀ ਤੂੰ ਗੱਲ ਆਖੀ ਹੈ, ਅਸੀਂ ਤੇਰੀ ਗੱਲ ਮੰਨਦੇ ਆ, ਐਵੇਂ ਵੀ ਨਹੀਂ ਮੰਨ ਲੈਣੀ ਚਾਹੀਦੀ। ਲਿਆ ਆਪਾਂ ਬਹਿ ਕੇ ਵਿਚਾਰ ਕਰਦੇ ਆ, ਆਪਾਂ ਨਿਰਣਾ ਕਰਦੇ ਆ, ਫੈਸਲਾ ਕਰਦੇ ਆ, ਜੇ ਤੇਰੀ ਚੰਗੀ ਹੋਈ ਤੇ ਜ਼ਰੂਰ ਮੰਨਾਂਗੇ। ਧੰਨ ਗੁਰਬਾਣੀ ਨੇ ਸਾਨੂੰ ਇਹ ਸਿੱਖਿਆ ਦਿੱਤੀ ਹੈ, ਗੁਰਮੁਖ ਬੈਸੋ ਸਭਾ ਵਿਸ਼ਾਏ। 1266 ਅੰਗ ਤੇ ਸ਼ਬਦ ਹੈ ਸੱਚੇ ਸਤਿਗੁਰ ਦਾ। ਉੱਥੇ ਗੁਰੂ ਮਹਾਰਾਜ ਜੀ ਨੇ ਸਾਨੂੰ ਇਹ ਦੱਸਿਆ ਸੀ ਵੀ ਜੇ ਕਿਤੇ ਆਪਸ ਦੇ ਵਿੱਚ ਕੁਦਰਤੀ ਕੋਈ ਮਤ ਭੇਦ ਹੋ ਜਾਵੇ ਤੇ ਲੜਾਈ
ਉੱਥੇ ਝਗੜਾ ਨਹੀਂ ਕਰਨਾ। ਗੁਰਮੁਖ ਤੁਸੀਂ ਬੈਸੋ ਬਹਿਣਾ ਕਰੋ, ਸਭਾ ਵਿਛਾਏ ਸੋਹਣਾ ਕੱਪੜਾ ਵਿਛਾ ਲਵੋ, ਧੰਨ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਬੈਠ ਜਾਓ ਤੇ ਉਹਦੇ ਤੇ ਸਾਰੇ ਰਲ ਕੇ ਵਿਚਾਰ ਕਰੋ। ਵਿਚਾਰ ਕਰਨੀ ਹੈ, ਵਿਚਾਰ ਦੇ ਵਿੱਚ ਜੋ ਚੰਗੀ ਗੱਲ ਲੱਗੇਗੀ ਸਾਰੀ ਪੰਚਾਇਤੀ ਤੌਰ ਤੇ ਉਹਨੂੰ ਆਪਾਂ ਮੰਨ ਲੈਣਾ ਹੈ। ਜਨਮ ਵਿਹਾਨੋਂ ਅਹੰਕਾਰ ਅਰਵਾਦ, ਪਰ ਇਸ ਪਾਸੇ ਅਸੀਂ ਨਹੀਂ ਲੱਗੇ। ਗੁਰੂ ਮਹਾਰਾਜ ਜੀ ਦੀ ਗੱਲ ਨੂੰ ਨਾ ਮੰਨਿਆ ਨਾ ਸੁਣਿਆ, ਨਾ ਆਪਣਾ ਸੁਧਾਰ ਕੀਤਾ। ਹੰਕਾਰ ਤੇ ਲੜਾਈ ਨੇ ਸਾਡਾ ਜੀਵਨ ਜਿਹੜਾ ਉਹ ਗਵਾ ਦਿੱਤਾ ਹੈ ਜੀ। ਨਿਬਤ ਨਾ ਆਵੇ ਵਿਖਿਆ ਸਾਧ। ਜਿੱਥੇ ਧੰਨ ਗੁਰੂ ਮਹਾਰਾਜ ਜੀ ਓਪਨ ਦੱਸਦੇ ਨੇ ਹੰਕਾਰ ਤੇ ਲੜਾਈ ਵਾਲਾ, ਉੱਥੇ ਨਾਲ ਸੱਚੇ ਸਤਿਗੁਰ ਇਹ ਵੀ ਸਾਨੂੰ ਦੱਸਦੇ ਨੇ ਤ੍ਰਿਪਤ ਨਾ ਆਵੇ। ਇਹਨਾਂ ਚੀਜ਼ਾਂ ਦੇ ਨਾਲ ਕੋਈ ਨਹੀਂ ਰੱਜਿਆ। ਵਿਖਿਆ ਸਾਧ, ਵਿਕਾਰਾਂ ਦੇ ਸਵਾਦ ਦੇ ਨਾਲ, ਜਿਹੜਾ ਵਿਕਾਰਾਂ ਦਾ ਸਵਾਦ ਹੈ, ਬੁਰਾਈਆਂ ਦਾ ਸਵਾਦ ਹੈ ਨਾ, ਇਹਨਾਂ ਦੇ ਵਿੱਚ ਕੋਈ ਵੀ ਨਹੀਂ ਰੱਜਿਆ। ਕਿਸੇ ਨੇ ਇਹ ਨਹੀਂ ਆਖਿਆ ਵੀ ਮੈਂ ਰੱਜ ਗਿਆ ਤੇ ਹੁਣ ਮੈਂ ਇਹ ਬੁਰਾ ਕੰਮ ਹੈ ਜਿਹੜਾ ਇਹ ਨਹੀਂ ਕਰਨਾ। ਆ ਕਈ ਸ਼ਰਾਬ ਪੀਣ ਲੱਗ ਜਾਂਦੇ ਨੇ, ਵੇਖੋ ਹੈ ਬੁਰਾਈ। ਤੇ ਅੱਜ ਕੱਲ ਆਪਣੇ ਆਪ ਕਦੀ ਕਿਸੇ ਨੇ ਨਹੀਂ ਆਖਿਆ ਵੀ ਮੈਂ ਛੱਡ ਦਿੱਤੀ, ਅੱਜ ਤੋਂ ਬਾਅਦ ਨਹੀਂ ਪੀਣੀ, ਉਹਨੂੰ ਵੀ ਡਾਕਟਰ ਕੋਲ ਲਿਜਾ ਕੇ ਛਡਵਾਉਣੀ ਪੈਂਦੀ। ਹੋਰ ਪ੍ਰਕਾਰ ਦੇ ਨਸ਼ੇ ਨੇ, ਬੁਰਾਈਆਂ ਨੇ। ਚੋਰਾਂ ਨੂੰ ਚੋਰੀ ਛਡਾਉਣ ਦੇ ਲਈ ਪੁਲਿਸ ਕੁੱਟ-ਕੁੱਟ ਕੇ ਮਰ ਜਾਂਦੀ ਏ, ਤੇ ਪਰ ਉਹ ਫਿਰ ਵੀ ਇਸ ਸਵਾਦ ਨੂੰ ਨਹੀਂ ਛੱਡਦੇ। ਸੋ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਤ੍ਰਿਪਤ ਨਾ ਆਵੇ ਵਿਖਿਆ ਸਾਧ। ਇਹ ਬੁਰਾਈਆਂ ਦਾ ਸਵਾਦ ਹੈ ਜਿਹੜਾ ਇਹਦੇ ਵਿੱਚ ਕੋਈ ਰੱਜ ਕੇ ਨਹੀਂ ਕਹਿੰਦਾ ਵੀ ਮੈਂ ਇਹਨੂੰ ਛੱਡ ਦਿੱਤਾ। ਇੱਕ ਨਿੱਕਾ ਜਿਹਾ ਪ੍ਰਸੰਗ ਹੈ, ਉਹਦੇ ਨਾਲ ਬੜਾ ਸ਼ਾਇਦ ਆਪ ਨੂੰ ਇਸ ਗੱਲ ਦੀ ਜ਼ਿਆਦਾ ਸਮਝ ਆ ਜਾਵੇ। ਇੱਕ ਵਾਰੀ ਇੱਕ ਰਾਜੇ ਨੇ ਸਵਾਲ ਕੀਤਾ, ਉਹ ਕਹਿੰਦਾ ਵੀ ਸਭ ਤੋਂ ਜ਼ਿਆਦਾ ਸਵਾਦ ਹੈ ਜਿਹੜਾ ਉਹ ਕਾਹਦੇ ਵਿੱਚ ਹੈ। ਅਸੀਂ ਆਪੋ ਆਪਣੀ ਮੱਤ ਦੇ ਨਾਲ ਸਾਰੇ ਉੱਤਰ ਦੇਣ ਲੱਗ ਗਏ, ਪਰ ਰਾਜਾ ਸੀ ਜਿਹੜਾ ਉਹਨੂੰ ਸੰਤੁਸ਼ਟੀ ਨਾ ਆਈ। ਉਹ ਕਹਿੰਦਾ ਮੈਨੂੰ ਪ੍ਰੈਕਟੀਕਲੀ ਚਾਹੀਦਾ ਹੈ, ਪ੍ਰੈਕਟੀਕਲੀ ਤੌਰ ਤੇ ਮੈਨੂੰ ਦੱਸੋ ਵੀ ਕਿਹੜੀ ਚੀਜ਼ ਇਸ ਤਰ੍ਹਾਂ ਦੀ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਸਵਾਦ ਹੁੰਦਾ ਹੈ। ਨਾਮ ਨੂੰ ਛੱਡ ਕੇ ਦੁਨਿਆਵੀ ਬੁਰਾਈਆਂ ਦੀ ਗੱਲ ਚੱਲ ਰਹੀ ਸੀ। ਵਜ਼ੀਰ ਦੀ ਬੱਚੀ ਨੇ ਆਖਿਆ, ਪਿਤਾ ਜੀ ਅੱਜ ਤੁਸੀਂ ਬੜੇ ਉਦਾਸ ਲੱਗਦੇ ਹੋ। ਕਹਿੰਦੇ ਪੁੱਤਰ ਕੀ ਕਹੀਏ, ਐਵੇਂ ਰਾਜੇ ਨੇ ਨਾ ਸਵਾਲ ਜਿਹਾ ਖੜਾ ਕਰ ਦਿੱਤਾ, ਤੇ ਜਿਹੜੀ ਗੱਲ ਅਸੀਂ ਆਖਦੇ ਕਹਿੰਦਾ ਪ੍ਰੈਕਟੀਕਲੀ ਕਰੋ, ਤੇ ਮੈਨੂੰ ਪ੍ਰੈਕਟੀਕਲੀ ਕਰਨਾ ਨਹੀਂ ਆਉਂਦਾ। ਉਹ ਕਹਿੰਦੀ ਚੰਗਾ, ਫਿਰ ਰਾਜੇ ਨੂੰ ਕਹਿੰਦੀ ਮੇਰੀ ਬੱਚੀ ਹੈ ਨਾ ਜਿਹੜੀ, ਉਹ ਤੈਨੂੰ ਜਵਾਬ ਦੇਵੇਗੀ ਤੇ ਪ੍ਰੈਕਟੀਕਲੀ ਵੀ ਕਰਕੇ ਵਿਖਾ ਦੇਵੇਗੀ। ਮੰਤਰੀ ਨੇ ਜਾ ਕੇ ਰਾਜੇ ਨੂੰ ਆਖਤਾ, ਰਾਜੇ ਨੇ ਕਹਿ ਦਿੱਤਾ ਠੀਕ ਹੈ, ਕੱਲ ਨੂੰ ਦਰਬਾਰ ਦੇ ਵਿੱਚ ਰਾਜੇ ਦਾ ਦਰਬਾਰ ਲੱਗਿਆ, ਬੱਚੀ ਆ ਗਈ ਹੈ। ਬੱਚੀ ਨੇ ਆਣ ਕੇ ਰਾਜੇ ਨੂੰ ਆਖਿਆ ਵੀ ਜਿਹੜੀ ਸ਼ਰਾਬ ਹੈ ਨਾ, ਇਹ ਉਹ ਵਕਾਰ ਹੈ, ਉਹ ਬੁਰਾਈ ਹੈ ਜਿਹੜੀ ਸਾਰਿਆਂ ਤੋਂ ਸਵਾਦਲੀ ਹੈ, ਤੇ ਇਹ ਸਵਾਦ ਦੇ ਵਿੱਚ ਮਨੁੱਖ ਬਾਕੀ ਸਾਰੇ ਗੁਨਾਹ ਜਿਹੜੇ ਉਹ ਵੀ ਕਰ ਦਿੰਦਾ ਹੈ। ਇਹ ਇਤਨੀ ਸਵਾਦਲੀ ਹੈ, ਇਹਦੇ ਸਵਾਦ ਦੇ ਵਿੱਚ ਬਾਕੀ ਗੁਨਾਹ ਵੀ ਮਨੁੱਖ ਜਿਹੜਾ ਉਹ ਕਰ ਦਿੰਦਾ ਹੈ, ਤੇ ਇਹਨੂੰ ਛੱਡਦਾ ਵੀ ਨਹੀਂ। ਰਾਜਾ ਕਹਿੰਦਾ ਫਿਰ ਮੈਨੂੰ ਪ੍ਰੈਕਟੀਕਲੀ ਕਰਕੇ ਵਿਖਾਓ। ਕਹਿੰਦੀ ਫਿਰ ਤੈਨੂੰ ਜਿੱਥੇ ਕਿਤੇ ਵੇਖਦੀ ਹੈ ਨਾ, ਉੱਥੇ ਭੇਸ ਬਦਲ ਕੇ ਮੇਰੇ ਨਾਲ ਆਉਣਾ ਪਏਗਾ। ਹੁਣ ਉੱਥੇ 10 ਕੁ ਜਾਣੇ ਇਕੱਠੇ ਹੋ ਗਏ ਨੇ, ਵੇਚਣ ਵਾਲਾ ਵੇਚੀ ਜਾਂਦਾ, ਉੱਥੇ ਪੀਂਦੇ ਪੀਂਦੇ ਲੜ ਪਏ ਨੇ, ਛਿੱਤਰੋ ਪੋਲੀ ਹੋ ਗਏ ਨੇ, ਤੇ ਆਪੋ ਆਪਣੇ ਘਰਾਂ ਨੂੰ ਖਿੰਡ ਗਏ ਨੇ। ਤੇ ਰਾਜਾ ਕਹਿੰਦਾ ਮੈਨੂੰ ਤਾਂ ਕੋਈ ਸਮਝ ਨਹੀਂ ਆਈ, ਕੀ ਵਿਖਾਓ। ਕਹਿੰਦੀ ਇਹ ਤੈਨੂੰ ਕੱਲ ਨੂੰ ਵਿਖਾਵਾਂਗੀ। ਜਦੋਂ ਅਗਲਾ ਦਿਨ ਆਇਆ, ਉੱਥੇ ਰਾਜਾ ਤੇ ਬੱਚੀ ਫੇਰ ਆ ਗਏ ਨੇ, ਤੇ ਉਹ ਕਹਿੰਦੀ ਹੁਣ ਨੋਟ ਕਰ, ਕੱਲ ਵੀ ਜਦੋਂ ਇਹ ਆਏ ਸਨ, ਇਹਨਾਂ ਦੀਆਂ ਸੋਹਣੀਆਂ ਦਸਤਾਰਾਂ ਬੰਨੀਆਂ ਸੀ, ਸਰਦਾਰ ਸੀ, ਸੋਹਣੇ ਕੱਪੜੇ ਸੀ, ਤੇ ਇਹਨੂੰ ਪੀ ਕੇ ਤੇ ਸਵਾਦ ਦੇ ਵਿੱਚ ਹੀ ਜੁੰਡੋ ਪਾਟੀ ਹੋ ਕੇ ਤੇ ਇੱਥੋਂ ਲਿਬੜ ਕੇ ਇਸ ਤਰ੍ਹਾਂ ਗਏ ਨੇ ਜਿਵੇਂ ਕੁੱਤਿਆਂ ਨੇ ਗੰਦ ਖਿਲਾਰਿਆ ਹੋਵੇ ਉਸ ਤਰ੍ਹਾਂ, ਤੇ ਇਹਦਾ ਇਤਨਾ ਸਵਾਦ ਹੈ, ਦੁਬਾਰਾ ਫਿਰ ਉਸੇ ਤਰ੍ਹਾਂ ਤਿਆਰ ਹੋ ਕੇ ਆ ਗਏ ਨੇ। ਰਾਜਾ ਕਹਿੰਦਾ ਤੇਰੀ ਗੱਲ ਹੁਣ ਮੈਨੂੰ ਸਮਝ ਆਈਏ। ਸੋ ਗੁਰੂ ਮਹਾਰਾਜ ਜੀ ਵੀ ਸਾਨੂੰ ਇੱਥੇ ਇਹ ਦੱਸਦੇ ਨੇ, ਇਹ ਹੈਗੀਆਂ ਬੁਰਾਈਆਂ ਨੇ। ਅਸੀਂ ਤਿਆਰ ਹੋ ਕੇ ਇਹਨਾਂ ਬੁਰਾਈਆਂ ਦੇ ਵਿੱਚ ਪ੍ਰਵੇਸ਼ ਕਰਦੇ ਹਾਂ, ਤੇ ਇੱਥੋਂ ਨਿਕਲਦਾ ਕੀ ਹੈ, ਗੰਦਗੀ ਨਿਕਲਦੀ ਹੈ ਬੁਰਾਈਆਂ ਦੇ ਵਿੱਚੋਂ। ਉਹ ਬੁਰਾਈਆਂ ਨੂੰ ਭੋਗ ਕੇ ਤੇ ਅਗਲੇ ਦਿਨ ਨੂੰ ਫਿਰ ਉਵੇਂ ਜਿਵੇਂ ਨੌਜਵਾਨ ਬਣ ਕੇ ਤਿਆਰ ਹੋ ਜਾਂਦੇ ਆ, ਨਹਾ ਧੋ ਕੇ ਵੀ ਅੱਜ ਫਿਰ ਉਸੇ ਕੰਮ ਤੇ ਜਾਣਾ, ਉਸੇ ਥਾਂ ਤੇ ਜਾਣਾ। ਤ੍ਰਿਪਤ ਨਾ ਹੋਵੇ ਵਿਖਿਆ ਸਾਧ। ਇਸ ਤਰ੍ਹਾਂ ਹੁਣ ਕੋਈ ਤ੍ਰਿਪਤੀ ਥੋੜੀ, ਜੇ ਇੱਕ ਦਿਨ ਛਿੱਤਰ ਖਾਦੇ ਨੇ ਤੇ ਅਗਲਾ ਛੱਡਦੇ ਜਾ ਰਹਿੰਦੇ ਕਰਕੇ ਮੈਨੂੰ ਛਿੱਤਰ ਪਏ ਨੇ, ਮੈਂ ਦਫਾ ਕਰਾਂ, ਮੈਂ ਇਹਦੇ ਤੋਂ ਕੀ ਕਰਨਾ। ਪਰ ਅਗਲੇ ਦਿਨ ਫਿਰ ਨਹਾ ਧੋ ਕੇ ਉਵੇਂ ਦਸਤਾਰ ਸਜਾ ਕੇ ਉੱਥੇ ਫਿਰ ਜਾ ਖੜਦਾ। ਤੇ ਇਹ ਸਾਰੇ ਗੁਨਾਹਾਂ ਦੀ ਜੜ ਹੈ।
ਬਿਨਾਂ ਇਸ ਨਸ਼ੇ ਤੋਂ ਮਨੁੱਖ ਕਤਲ ਨਹੀਂ ਕਰਦਾ, ਬਿਨਾਂ ਇਸ ਨਸ਼ੇ ਤੋਂ ਮਨੁੱਖ ਵਿਭਚਾਰੀ ਬੁਰਾਈ ਵਾਲੇ ਪਾਸੇ ਨਹੀਂ ਜਾਂਦਾ। ਤ੍ਰਿਪਤ ਨਾ ਆਵੇ ਵਿਖਿਆ ਸਾਧ। ਸੋ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਇਹ ਵਕਾਰਾਂ ਤੇ ਬੁਰਾਈਆਂ ਦੇ ਉਹ ਸਵਾਦ ਨੇ ਜਿੱਥੋਂ ਕਦੇ ਵੀ ਮਨੁੱਖ ਨੇ ਤ੍ਰਿਪਤ ਹੋ ਕੇ ਨਹੀਂ ਕਹਿ ਦਿੱਤਾ ਵੀ ਮੈਂ ਛੱਡਿਆ ਹੈ ਜੀ। ਪਰਮਤ ਪਰਮਤ ਮਹਾ ਦੁਖ ਪਾਇਆ। ਇਹਨਾਂ ਬੁਰਾਈਆਂ ਨੂੰ, ਇਹਨਾਂ ਵਕਾਰਾਂ ਨੂੰ ਕਰਦਾ ਕਰਦਾ ਨਾ ਮਨੁੱਖ ਧਰਤੀ ਤੇ ਫਿਰਦਾ ਫਿਰਦਾ ਏ, ਭਾਵ ਜੂਨਾਂ ਦੇ ਵਿੱਚ ਭਰਮਣ ਕਰਦਾ ਰਹਿੰਦਾ, ਮਹਾ ਦੁੱਖ ਪਾਇਆ, ਵੱਡੇ ਤੋਂ ਵੱਡਾ ਦੁੱਖ ਪਾ ਲੈਂਦਾ ਹੈ। ਭਰਮਤ ਭਰਮਤ ਮਹਾ ਦੁੱਖ ਪਾਇਆ, ਇਸ ਤਰ੍ਹਾਂ ਘੁੰਮਦਾ ਘੁੰਮਦਾ ਜੂਨਾਂ ਦੇ ਵਿੱਚ ਵੱਡੇ ਤੋਂ ਵੱਡੇ ਦੁੱਖ ਪਾ ਲੈਂਦਾ, ਪਰ ਇਹ ਬੁਰਾਈਆਂ ਜਿਹੜੀਆਂ ਨੇ ਇਹ ਨਹੀਂ ਛੱਡਦਾ ਹੈ ਜੀ। ਕਹੀ ਨਾ ਜਾਈ ਤੁਤਰ ਮਾਇਆ। ਇਹ ਮਾਇਆ ਹੈ ਹੀ ਇਸ ਤਰ੍ਹਾਂ ਦੀ, ਇਸੇ ਦਾ ਨਾਮ ਮਾਇਆ ਹੈ। ਇਸ ਨੂੰ ਮਾਇਆ ਆਖਿਆ ਗਿਆ। ਮੇਰੇ ਖਿਆਲ ਗੱਲ ਦੀ ਸਮਝ ਹੋ ਗਈ। ਇਸੇ ਦਾ ਨਾਮ ਮਾਇਆ ਹੈ। ਜਦੋਂ ਮਨੁੱਖ ਲਿਬੜ ਜਾਂਦਾ ਹੈ, ਲੜ ਪੈਂਦਾ ਹੈ, ਉਦੋਂ ਥੋੜਾ ਜਿਹਾ ਮਨ ਦੇ ਵਿੱਚ ਪਛਤਾਵਾ ਹੁੰਦਾ ਹੈ ਤੇ ਅਗਲੇ ਦਿਨ ਨੂੰ ਫਿਰ ਤਿਆਰ ਹੋ ਕੇ ਉਸੇ ਕੰਮ ਨੂੰ ਜਦੋਂ ਕਰਨ ਲੱਗ ਜਾਂਦਾ ਤੇ ਫਿਰ ਇਸੇ ਦਾ ਨਾਂ ਹੀ ਮਾਇਆ ਹੈ। ਤਰੀ ਨਾ ਜਾਈ ਦੁੱਤਰ ਮਾਇਆ। ਇਹਨੂੰ ਹੁਣ ਕਿਵੇਂ ਤਰੇ? ਇਹਨੂੰ ਨਹੀਂ ਤਰਿਆ ਜਾਂਦਾ। ਇਹ ਮਾਇਆ ਜਿਹੜੀ ਇਹ ਤਰਨੀ ਬੜੀ ਔਖੀ ਹੈ। ਭਾਵ ਇਸ ਤਰ੍ਹਾਂ ਦੇ ਔਗਣ ਬੁਰਾਈਆਂ ਗੁਨਾਹ ਨੇ ਜਿਹੜੇ, ਜਿੰਨੇ ਇਹ ਛੱਡ ਦਿੱਤੇ ਉਹਨੇ ਮਾਇਆ ਕਰ ਲੈਤੀ। ਜਿੰਨੇ ਇਹ ਨਹੀਂ ਛੱਡੇ, ਜਿੰਦਾ ਅੰਦਰੋਂ ਬਦਲਾਵ ਹੀ ਨਹੀਂ ਹੋਇਆ, ਜਿਹੜਾ ਅੰਦਰੋਂ ਬਦਲਿਆ ਹੀ ਨਹੀਂ। ਹੁਣ ਬੱਚਾ ਬੱਚੀ ਇਹ ਜਦੋਂ ਗਲਤ ਹੋ ਜਾਂਦਾ ਤੇ ਅਸੀਂ ਕਹਿ ਦਿੰਦੇ ਇਹਨੂੰ ਦਫਾ ਕਰੋ, ਇਹਦਾ ਵਿਆਹ ਕਰੋ, ਆਪੇ ਸੁਧਰ ਜਾਏਗਾ। ਹੁਣ ਜਦੋਂ ਵਿਆਹ ਕਰ ਦਿੱਤਾ, ਵਿਆਹ ਕਰਵਾ ਕੇ ਵੀ ਉਹੀ ਔਗਣ ਕਰੀ ਜਾਂਦਾ ਤੇ ਫਿਰ ਹੁੰਦਾ ਕੀ ਕਰੋਗੇ? ਬਦਲਿਆ ਤਾਂ ਹੈ ਹੀ ਨਹੀਂ, ਸਿਆਣਾ ਤਾਂ ਹੋਇਆ ਹੀ ਨਹੀਂ। ਸੋ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਤਰੀ ਨਾ ਜਾਈ ਦੁੱਤਰ ਮਾਇਆ। ਭਾਈ ਇਹ ਮਾਇਆ ਇਸੇ ਤਰ੍ਹਾਂ ਦੀ ਹੈ ਤੇ ਇਹਨੂੰ ਤਰਨਾ ਬੜਾ ਮੁਸ਼ਕਲ ਹੈ ਜੀ। ਕਾਮ ਨ ਆਵੈ ਸੋ ਕਾਰ ਕਮਾਵੈ। ਜਿਹੜੀ ਸਾਡੇ ਕੰਮ ਦੀ ਕਾਰ ਹੀ ਨਹੀਂ, ਜਿਹੜਾ ਕੰਮ ਸਾਡੇ ਕਰਨ ਵਾਲਾ ਹੀ ਨਹੀਂ, ਅਸੀਂ ਉਹ ਕੰਮ ਕਰਦੇ ਫਿਰਦੇ ਹਾਂ। ਕਾਮ ਨਾ ਆਵੇ, ਜਿਵੇਂ ਅਸੀਂ ਮਿਹਨਤ ਕਰਦੇ ਹਾਂ, 4 ਪੈਸੇ ਕਮਾਉਂਦੇ ਹਾਂ ਤੇ ਸਾਡੇ ਕੰਮ ਹੁੰਦੇ ਨੇ। ਅਸੀਂ ਆਪਣੇ ਵਸਤਰ, ਆਪਣੇ ਬੱਚਿਆਂ ਦੇ ਵਸਤਰ, ਆਪਣੀ ਪੇਟ ਪੂਜਾ, ਆਪਣੇ ਬੱਚਿਆਂ ਦੀ ਉਪਜੀਵਕਾ, ਰੋਟੀ, ਇਹ ਸਾਰਾ ਕੁਝ ਸਾਡੀ ਕਮਾਈ ਹੈ ਤੇ ਉਹ ਸਾਡੇ ਕੰਮ ਹੁੰਦੀ। ਪਰ ਕਈ ਕੰਮ ਇਸ ਤਰ੍ਹਾਂ ਦੇ ਨੇ, ਉਹ ਅਸੀਂ ਕਾਰ ਕਰਦੇ ਹਾਂ ਤੇ ਉਹ ਕੰਮ ਸਾਡੇ ਆਉਂਦੇ ਨਹੀਂ। ਥੋੜਾ ਜਿਹਾ ਡੰਗਾਈ ਦੇ ਨਾਲ ਸੋਚੋ, ਦੋਧੀ ਜੇ ਸਾਡੇ ਘਰ ਆਣ ਕੇ ਦੁੱਧ ਦੇਵੇ ਤੇ ਫਿਰ ਅਸੀਂ ਲੈਨੇ ਆ, ਤੇ ਦੁੱਧ ਜਿਹੜਾ 50-60 ਰੁਪਏ ਕਿਲੋ ਏ, 4 ਪਾਏ ਦੁੱਧ ਤੇ 4 ਪਾ ਦੇ ਅਸੀਂ ਦਿੰਨੇ ਆ 50-60 ਰੁਪਏ, ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰਾ ਪਰਿਵਾਰ ਹੈ ਜਿਹੜਾ ਚਾਹ ਬਣਾ ਕੇ ਪੀਨੇ ਆ, ਸਾਰੇ ਖੁਸ਼ ਹੁੰਨੇ ਆ। ਇਹ ਤਾਂ ਕੰਮ ਸੀ ਚੰਗਾ। ਤੇ ਦੂਜਾ ਕੰਮ, ਮੇਰੇ ਖਿਆਲ, ਮੈਨੂੰ ਪਤਾ ਤਾਂ ਹੈ ਨਹੀਂ, 3 ਪਾ ਦੀ ਬੋਤਲ ਹੁੰਦੀ ਹੈ, ਇੰਨਾ ਜ਼ਰੂਰ ਪਤਾ, ਪਰ ਆਉਂਦੀ ਕਿੰਨੇ ਦੀ ਹੈ? ਦੁੱਧ ਨਾਲੋਂ ਜ਼ਰੂਰ ਮਹਿੰਗੀ ਹੋਏਗੀ। ਤੇ ਉਹ ਇੱਕ ਜਣਾ ਜਿਹੜਾ ਉਹ ਸ਼ਾਮ ਨੂੰ ਵਰਤ ਕੇ ਤੇ ਨਾਲੇ ਘਰੇ ਕਲੇਸ਼ ਖੜਾ ਹੁੰਦਾ ਹੈ ਤੇ ਨਾਲੇ ਪੈਸੇ ਬਰਬਾਦ ਹੁੰਦੇ ਨੇ, ਨਾਲੇ ਬਦਨਾਮੀ ਤੇ ਬੇਇੱਜ਼ਤੀ। ਹੁਣ ਇਹਨਾਂ ਚੋਂ ਚੰਗਾ ਕੰਮ ਕਿਹੜਾ ਹੈ? ਚੰਗਾ ਕੰਮ ਤਾਂ ਇਹ ਹੈ ਵੀ ਆਪਣੇ ਘਰੇ ਤੋਂ ਪਸ਼ੂ ਰੱਖੀਏ, ਕਮਾਈ ਕਰੀਏ ਤੇ ਆਪ ਵੀ ਖਾਈਏ ਤੇ ਬੱਚਿਆਂ ਨੂੰ ਵੀ ਖਵਾਈਏ। ਇਹ ਚੰਗਾ ਕੰਮ ਸੀ, ਇਹ ਛੱਡ ਦਿੱਤਾ। ਤੇ ਜਿਹੜਾ ਬੁਰਾ ਕੰਮ ਸੀ ਉਹ ਅਸੀਂ ਕਰਨਾ ਸ਼ੁਰੂ ਕਰ ਦਿੱਤਾ। ਇਸੇ ਤਰ੍ਹਾਂ ਹੁਣ ਆਪਣੀ ਦੁਨੀਆ 'ਚ ਆ ਜਾਓ, ਅਧਿਆਤਮਿਕ ਦੀ ਦੁਨੀਆ 'ਚ, ਬਾਹਰ ਦੀ ਦੁਨੀਆ ਨੂੰ ਛੱਡ ਕੇ ਇੱਧਰ ਸਾਡੇ ਕਰਨ ਵਾਲਾ ਕੰਮ ਹੈ ਜਿਹੜਾ ਉਹ ਬੰਦਗੀ ਸਿਮਰਨ ਕਰਨ ਵਾਲਾ, ਉਹ ਅਸੀਂ ਨਹੀਂ ਕਰਦੇ ਤੇ ਹੋਰ ਪਾਸੇ ਤੁਰੇ ਫਿਰਦੇ ਹਾਂ। ਕਾਮ ਨਾ ਆਵੇ ਸੋ ਕਾਰ ਕਮਾਵੇ। ਇਸ ਤਰ੍ਹਾਂ ਦੀ ਕਾਰ ਕਮਾਉਣ ਲੱਗ ਜੰਨੇ ਆ ਜਿਹੜੀ ਸਾਡੇ ਕੰਮ ਦੇ ਵਿੱਚ ਨਹੀਂ ਹੁੰਦੀ ਹੈ ਜੀ। ਆਪ ਬੀਜ ਆਪੇ ਹੀ ਖਾਵੇ। ਮਹਾਰਾਜ ਜੀ ਰਹਿਮਤ ਕਰਦੇ ਨੇ, ਸਰੀਰ ਜਿਹੜਾ ਇਹ ਖੇਤੀ ਹੈ ਤੇ ਕਰਮਾਂ ਦਾ ਇਹਦੇ ਵਿੱਚ ਬੀਜ ਬੀਜਿਆ ਜਾਂਦਾ। ਹੁਣ ਸਾਡੇ ਸਰੀਰ ਨੇ ਜਿਹੜਾ ਬੀਜਿਆ, ਫਿਰ ਖਾਣਾ ਵੀ ਉਹ ਸਾਨੂੰ ਹੀ ਪੈਣਾ, ਗੁਆਂਢੀ ਨਹੀਂ ਖਾਏਗਾ। ਕਰਮਾ ਸੰਦੜਾ ਖੇਤ, ਧੰਨ ਗੁਰੂ ਬਾਣੀ ਦੇ ਅੰਦਰ ਫਰਮਾਨ ਹੈ, ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਕਿ ਤੇਰਾ ਸਰੀਰ ਹੈ ਜਿਹੜਾ ਇਹ ਕਰਮਾਂ ਵਾਲਾ ਖੇਤ ਹੈ। ਕਰਮਾਂ ਦੇ ਹਿਸਾਬ ਦੇ ਨਾਲ ਤੈਨੂੰ ਮਿਲਿਆ ਤੇ ਜਿਸ ਤਰ੍ਹਾਂ ਦੇ ਇਸ ਸਰੀਰ ਦੇ ਨਾਲ ਤੂੰ ਕਰਮ ਕਰ ਲੇਗਾ, ਅਗਲੇ ਸਰੀਰ ਦੇ ਵਿੱਚ ਫਿਰ ਉਸੇ ਤਰ੍ਹਾਂ ਹੀ ਤੈਨੂੰ ਇਹ ਖਾਣੇ ਪੈਣੇ ਨੇ, ਭੋਗਣੇ ਪੈਣੇ ਨੇ। ਤੇ ਕੀਤਾ ਕੀ ਇਹ? ਕਾਮ ਨਾ ਆਵੇ ਸੋ ਕਾਰ ਕਮਾਵੇ। ਸਰੀਰ ਦੇ ਨਾਲ ਉਹ ਕੰਮ ਕਰ ਲੈਣੇ ਜਿਹੜੇ ਕਿਤੇ ਵੀ ਕੰਮ ਨਹੀਂ ਸਨ ਆਉਣ ਵਾਲੇ। ਆਪ ਬੀਜ ਆਪੇ ਹੀ ਖਾਵੇ, ਤੇ ਫਿਰ ਆਪ ਹੀ ਇਸ ਸਰੀਰ ਦੇ ਨਾਲ ਬੀਜੇ ਨੇ, ਹੁਣ ਆਪ ਨੂੰ ਭਾਈ ਖਾਣੇ ਪੈਣੇ ਨੇ। ਸਹੋਵੇ ਜੀਆ ਆਪਣਾ ਕੀੜਾ, ਧੰਨ ਗੁਰਬਾਣੀ ਆ ਸਾਜੀ ਦੀ ਵਾਰ ਦੇ ਅੰਦਰ ਤੋਂ ਆਉਂਦੀ ਹੈ ਗੁਰੂ ਨਾਨਕ ਦੇਵ ਜੀ ਦੀ। ਸਹੋਵੇ ਜੀਆ,
ਗੁਰੂ ਮਹਾਰਾਜ ਜੀ ਕਹਿੰਦੇ ਨੇ ਸਾਰ ਹੁਣ ਸੋਹਵੇ ਜੀਆ ਆਪਣਾ ਕੀਆ ਇਹ ਤੈਨੂੰ ਕਿਸੇ ਨੇ ਨਹੀਂ ਕੀਤਾ, ਇਹ ਤੇਰਾ ਆਪ ਦਾ ਹੀ ਕੀਤਾ ਏ। ਤੇ ਜਿਹੜਾ ਤੇਰਾ ਆਪ ਦਾ ਕੀਤਾ ਹੈ ਉਸ ਨੂੰ ਆਪ ਹੀ ਤੂੰ ਸਹਾਰਨਾ ਕਰ। ਰਾਖਣ ਕੋ ਦੂਸਰ ਨਹੀਂ ਕੋਏ। ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਤੋਂ ਇਸ ਤਰ੍ਹਾਂ ਦੀਆਂ ਬਰਿਆਈਆਂ, ਇਸ ਤਰ੍ਹਾਂ ਦੇ ਪੁੱਠੇ ਕੰਮਾਂ ਔਗਣਾਂ ਤੋਂ ਰੱਖਿਆ ਕਰਨ ਵਾਲਾ ਦੂਜਾ ਕੋਈ ਹੋਰ ਨਹੀਂ। ਆਪਣੇ ਮਾਤਾ ਪਿਤਾ ਤੋਂ ਬਿਨਾ, ਆਪਣੇ ਸਕਿਆਂ ਤੋਂ ਬਿਨਾ ਕੋਈ ਵੀ ਦੁਨੀਆ ਦੇ ਵਿੱਚ ਇਸ ਤਰ੍ਹਾਂ ਦਾ ਨਹੀਂ ਜਿਹੜਾ ਬੱਚੇ ਨੂੰ ਸਿੱਧੇ ਰਸਤੇ ਤੇ ਪਾ ਕੇ ਆਖੇ ਵੀ ਚੱਲ ਗੁਰੂ ਸਵਾਰਿਆ ਤੂੰ ਆਹ ਕੰਮ ਕਰਿਆ ਕਰ, ਇਹਦੇ ਵਿੱਚ ਤੇਰਾ ਭਲਾ ਹੈ। ਤੇ ਪੁੱਠੇ ਪਾਸੇ ਲਾਣ ਵਾਲੇ ਜਿਹੜੇ ਨੇ ਉਹ ਸਾਰੇ ਹੁੰਦੇ ਨੇ। ਇਸੇ ਤਰ੍ਹਾਂ ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਰਾਖਣ ਕੋ ਦੂਸਰ ਨਹੀਂ ਕੋਏ। ਇੱਕ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾ ਤੇ ਗੁਰਦੇਵ ਮਾਤਾ ਗੁਰਦੇਵ ਪਿਤਾ ਤੋਂ ਬਿਨਾ ਹੋਰ ਦੁਨੀਆ ਦੇ ਅੰਦਰ ਕੋਈ ਵੀ ਇਸ ਤਰ੍ਹਾਂ ਦਾ ਨਹੀਂ ਜਿਹੜਾ ਸਾਨੂੰ ਚੰਗੀ ਮੱਤ ਦੇ ਸਕਦਾ ਹੋਵੇ ਜੀ। ਓ ਨਿਸਤਰੈ ਜੋ ਕਿਰਪਾ ਹੋਏ। ਤੇ ਗੁਰੂ ਜੀ ਰਹਿਮਤ ਕਰਦੇ ਨੇ, ਫਿਰ ਇਸ ਸੰਸਾਰ ਤੋਂ ਤਰਿਆ ਜਾਂਦਾ ਜੇ ਸੱਚੇ ਸਤਿਗੁਰ ਦੀ ਅਪਾਰ ਮਿਹਰ ਕਿਰਪਾ ਬਖਸ਼ਿਸ਼ ਰਹਿਮਤ ਹੋ ਜਾਵੇ ਜੀ। ਭਗਤ ਪਨੀਤ ਪ੍ਰਭ ਤੇਰੋ ਨਾਮ। ਇਹ ਮੇਰੇ ਸੱਚੇ ਸਤਿਗੁਰ ਜੀ ਜੋ ਤੁਸੀਂ ਸਾਨੂੰ ਨਾਮ ਦੀ ਦਾਤ ਦਿੱਤੀ ਹੈ, ਵਾਹਿਗੁਰੂ ਗੁਰਮੰਤਰ ਦਿੱਤਾ, ਇਹ ਪਵਿੱਤਰ ਤੋਂ ਵੀ ਪਵਿੱਤਰ ਹੈ। ਪਤਤ ਪਨੀਤ ਦਾ ਅਰਥ ਹੁੰਦਾ, ਪਤਤ ਦਾ ਅਰਥ ਹੁੰਦਾ ਪਾਪੀ ਤੇ ਪਨੀਤ ਦਾ ਅਰਥ ਹੁੰਦਾ ਪਵਿੱਤਰ। ਇਹ ਸੱਚੇ ਸਤਿਗੁਰ ਜੀ ਤੇਰਾ ਦਿੱਤਾ ਹੋਇਆ ਨਾਮ ਵਾਹਿਗੁਰੂ ਗੁਰਮੰਤਰ ਹੈ ਜਿਹੜਾ ਇਹ ਸਾਨੂੰ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਜੀ। ਆਪਣੇ ਦਾਸ ਕੋ ਦੀਜੈ ਦਾਨ। ਅਸੀਂ ਆਪ ਜੀ ਦੇ ਗੁਰਸਿੱਖ ਹਾਂ, ਆਪ ਜੀ ਦੇ ਦਾਸ ਹਾਂ ਤੇ ਤੁਸੀਂ ਕਿਰਪਾ ਕਰੋ ਕੀਜੇ ਦਾਨ, ਤੁਸੀਂ ਸਾਨੂੰ ਇਹ ਦਾਨ ਕਰੋ। ਇਹ ਸੱਚੇ ਸਤਿਗੁਰ ਇਸ ਮੰਤਰ ਨੂੰ, ਇਸ ਨਾਮ ਨੂੰ ਨਾ ਅਸੀਂ ਕਿਸੇ ਘਾਲ ਕਮਾਈ ਦੇ ਨਾਲ ਨਹੀਂ ਲੈ ਸਕਦੇ। ਜੇ ਅਸੀਂ ਆਖੀਏ ਨਾ ਕੋਈ ਮਿਹਨਤ ਕਰਕੇ ਗੁਰੂ ਤੋਂ ਨਾਮ ਲੈ ਲਵਾਂਗੇ, ਨਹੀਂ, ਇਹ ਗੁਰੂ ਦਾ ਦਿੱਤਾ ਹੋਇਆ ਦਾਨ ਹੈ ਤੇ ਦਾਨ ਕਰਕੇ ਹੀ ਮੰਗੇ ਤੋਂ ਇਹ ਪ੍ਰਾਪਤ ਹੁੰਦਾ। ਆਪਣੇ ਦਾਸ ਕੋ ਕੀਜੇ ਦਾਨ ਹੈ, ਸੱਚੇ ਸਤਿਗੁਰ ਕਿਰਪਾ ਕਰ, ਰਹਿਮਤ ਕਰ, ਅਸੀਂ ਤੇਰੇ ਦਾਸ ਹਾਂ ਤੇ ਸਾਨੂੰ ਨਾਮ ਦਾ ਦਾਨ ਕਰਨਾ ਕਰੋ ਜੀ। ਕਰ ਕਿਰਪਾ ਪ੍ਰਭਗਤ ਕਰ ਮੇਰੀ। ਕਿਰਪਾ ਕਰੋ ਸਾਨੂੰ ਮੁਕਤੀ ਦੀ ਦਾਤ ਦੇਣੀ ਕਰੋ ਜੀ। ਸ਼ਰਨ ਗਹੀ ਨਾਨਕ ਪ੍ਰਭ ਤੇਰੀ। ਇਹ ਪ੍ਰਭੂ ਰੂਪ ਸੱਚੇ ਸਤਿਗੁਰ ਧੰਨ ਗੁਰੂ ਨਾਨਕ ਦੇਵ ਜੀਓ, ਅਸੀਂ ਆਪ ਜੀ ਦੀ ਸ਼ਰਨ ਜੋ ਪਕੜਦੀ, ਆਪ ਜੀ ਦੀ ਸ਼ਰਨ ਵਿੱਚ ਆ ਗਏ ਹਾਂ, ਤੁਸੀਂ ਕਿਰਪਾ ਕਰੋ ਆਪਣੀ ਸ਼ਰਨ ਦੇ ਵਿੱਚ ਰੱਖ ਕੇ ਸਾਨੂੰ ਵਕਾਰਾਂ ਬੁਰਾਈਆਂ ਤੋਂ ਬਚਾ ਕਰਕੇ ਗਤੀ ਦੀ ਦਾਤ ਬਖਸ਼ਿਸ਼ ਕੇ ਕਿਰਪਾ ਕਰੋ, ਮਿਹਰ ਕਰੋ ਜੀ। ਰਾਮ ਕਲੀ ਮਹਲਾ ਪੰਜਵਾ। ਇਹ ਲੋਕੇ ਸੁਖ ਪਾਇਆ। ਪਾਵਨ ਸ਼ਬਦ ਦੇ ਅੰਦਰ ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਜਿਹੜੇ ਗੁਰੂ ਸਵਾਰੇ ਗੁਰੂ ਦੇ ਆਖੇ ਲੱਗ ਜਾਂਦੇ ਨੇ, ਗੁਰੂ ਦੀ ਗੱਲ ਮੰਨ ਲੈਂਦੇ ਨੇ। ਜਿਵੇਂ ਪਿਛਲੇ ਸ਼ਬਦ ਦੇ ਵਿੱਚ ਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ, ਸਾਨੂੰ ਦੱਸਿਆ ਵੀ ਗੁਰੂ ਸਵਾਰਿਆ ਗੁਰੂ ਤੇ ਭਰੋਸਾ ਰੱਖ, ਬਿਨਾਂ ਗੁਰੂ ਤੋਂ ਕਿਸੇ ਤੇ ਭਰੋਸਾ ਰੱਖੇਗਾ ਤੇ ਫਿਰ ਤੇਰਾ ਜੀਵਨ ਹੈ ਜਿਹੜਾ ਉਹ ਖਤਰੇ ਦੇ ਵਿੱਚ ਹੈ। ਜੇ ਤੂੰ ਚਾਹੁੰਦਾ ਹੈ ਵੀ ਮੇਰਾ ਜੀਵਨ ਉੱਚਾ ਸੁੱਚਾ ਹੋਵੇ ਤੇ ਮੈਂ ਸੁਖ ਦੇ ਨਾਲ ਵਕਾਰਾਂ ਬੁਰਾਈਆਂ ਤੋਂ ਬਚ ਕੇ ਰਵਾਂ, ਤੇ ਫਿਰ ਤੈਨੂੰ ਮੁੜਨਾ ਪਏਗਾ। ਗੁਰੂ ਦੇ ਆਖੇ ਲੱਗ ਕੇ ਜੇ ਤੂੰ ਆਪਣੇ ਜੀਵਨ ਨੂੰ ਮੋੜ ਲਵੇਂਗਾ, ਮਨ ਨੂੰ ਮੋੜ ਲਵੇਂਗਾ ਤੇ ਤੇਰਾ ਜੀਵਨ ਹੈ ਜਿਹੜਾ ਉਹ ਸਫਲ ਹੋ ਜਾਏਗਾ। ਹੁਣ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਜਿਹੜੇ ਗੁਰਮੁਖ ਪਿਆਰੇ ਗੁਰਸਿੱਖ ਗੁਰੂ ਦੇ ਆਖੇ ਲੱਗ ਜਾਂਦੇ ਨੇ ਨਾ, ਇਹ ਲੋਕੇ ਸੁਖ ਪਾਇਆ। ਉਹ ਫਿਰ ਇਸ ਲੋਕ ਦੇ ਵਿੱਚ ਰਹਿੰਦੇ ਹੋਏ ਵੀ ਭਾਵੇਂ ਇਹ ਅੱਗ ਦਾ ਸੰਸਾਰ ਹੈ, ਅੱਗ ਦਾ ਸਾਗਰ ਹੈ, ਵਕਾਰਾਂ ਤੇ ਬੁਰਾਈਆਂ ਦਾ ਬਣਿਆ ਹੋਇਆ ਹੈ, ਫਿਰ ਵੀ ਉਹ ਇੱਥੇ ਰਹਿ ਕੇ ਸੁਖੀ ਰਹਿੰਦੇ ਹਨ। ਨਹੀਂ ਭੇਟਤ ਧਰਮ ਲਾਇਆ। ਨਾਮ ਦੇ ਵਿੱਚ ਇਤਨੀ ਸਮਰੱਥਾ ਹੈ, ਜਿਹੜੇ ਗੁਰੂ ਸਵਾਰੇ ਨਾਮ ਦੇ ਲੜ ਲੱਗ ਜਾਂਦੇ ਨੇ, ਗੁਰੂ ਦੇ ਆਖੇ ਲੱਗ ਜਾਂਦੇ ਨੇ, ਉਹਨਾਂ ਨੂੰ ਫਿਰ ਧਰਮਰਾਜ ਦੇ ਜਾ ਕੇ ਪੇਸ਼ ਵੀ ਨਹੀਂ ਹੋਣਾ ਪੈਂਦਾ। ਜਿਹਨੇ ਖਾਤਾ ਹੀ ਬੰਦ ਕਰਾ ਦਿੱਤਾ ਤੇ ਉਹ ਫਿਰ ਬਾਣੀਏ ਕੋਲ ਕੀ ਲੈਣ ਜਾਏਗਾ। ਬਾਣੀਏ ਕੋਲ ਤਾਂ ਅਸੀਂ ਉਦੋਂ ਲੈਣ ਜਾਂਦੇ ਹਾਂ ਨਾ ਜਦੋਂ ਤੱਕ ਬਾਣੀਏ ਨਾਲ ਸਾਡਾ ਲੈਣ ਦੇਣ ਬਣਿਆ ਹੁੰਦਾ, ਕਿ ਜਿੱਥੋਂ ਲੈਣ ਦੇਣ ਕਰਨਾ ਹਿਸਾਬ ਕਿਤਾਬ ਰਹਿੰਦਾ ਹੈ। ਜਦੋਂ ਖਾਤਾ ਕਲੀਅਰ ਹੋ ਗਿਆ ਤੇ ਫਿਰ ਉਸ ਦੇ ਪਾਸ ਆਪਾਂ ਕੀ ਲੈਣ ਜਾਣਾ ਹੈ। ਹੁਣ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਇਹ ਲੋਕੇ ਸੁਖ ਪਾਇਆ, ਇਸ ਲੋਕ ਦੇ ਵਿੱਚ ਸੁਖ ਪਾ ਲਿਆ। ਕਿੰਨੇ ਪਾ ਲਿਆ? ਉਸ ਗੁਰਮੁਖ ਪਿਆਰੇ ਗੁਰਸਿੱਖ ਨੇ, ਜਿਹੜਾ ਗੁਰੂ ਦੇ ਆਖੇ ਲੱਗ ਕੇ ਮੁੜ ਗਿਆ, ਜਿਹਨੇ ਗੁਰੂ ਦੇ ਆਖੇ ਲੱਗ ਕੇ ਮਨ ਬਦਲ ਲਿਆ, ਜਿਹਨੇ ਗੁਰੂ ਦੇ ਆਖੇ ਲੱਗ ਕੇ ਨਾਮ ਦੀ ਕਮਾਈ ਕਰਨੀ ਸ਼ੁਰੂ ਕਰ ਦਿੱਤੀ ਹੈ, ਜਿਹਨੇ ਗੁਰੂ ਦੇ ਆਖੇ ਲੱਗ ਕੇ ਇਸ ਘਰ ਦੀ, ਇਸ ਦਰ ਦੀ ਸੇਵਾ ਕਰ ਲਈਏ। ਜੋ ਘਰ ਸੇਵ ਸੋ ਘਰ ਸੇਵ ਜਿਤ ਉਧਰੇ ਮੀਤ।
ਸੋ ਘਰ ਸੇਵ, ਉਸ ਘਰ ਦੀ ਸੇਵਾ ਕਰ। ਜਿਤ ਉਧਰੇ ਮੀਤ, ਜਿਸ ਦੇ ਨਾਲ ਤੇਰਾ ਭਲਾ ਹੋ ਜਾਵੇ। ਹੁਣ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਜਿਹਨੇ ਗੁਰੂ ਦੀ ਇਸ ਗੱਲ ਨੂੰ ਮੰਨ ਲਿਆ ਇਹ ਲੋਕੇ ਸੁਖ ਪਾਇਆ। ਇਸ ਲੋਕ ਦੇ ਵਿੱਚ ਵੀ ਸੁਖ ਮਿਲ ਜਾਂਦਾ ਹੈ। ਨਹੀਂ ਭੇਟ ਧਰਮ ਲਾਇਆ ਤੇ ਉਹਨੂੰ ਭਾਈ ਧਰਮਰਾਜ ਦੇ ਪੇਸ਼ ਨਹੀਂ ਹੋਣਾ ਪੈਂਦਾ, ਧਰਮਰਾਜ ਦੇ ਨਾਲ ਮਿਲਣਾ ਨਹੀਂ ਪੈਂਦਾ। ਕਿਉਂ ਨਹੀਂ ਮਿਲਣਾ ਪੈਂਦਾ? ਕਿਉਂਕਿ ਗੁਰੂ ਨੇ ਕਿਰਪਾ ਕਰ ਦਿੱਤੀ ਏ, ਉਹਦੇ ਸਾਰੇ ਲੇਖੇ ਜਿਹੜੇ ਨੇ ਉਹ ਪਾੜ ਦਿੱਤੇ ਹਨ ਜੀ। ਹਰ ਦਰਗਹ ਸੋਭਾਵੰਤ, ਸੋਭਾਵੰਤ ਦਾ ਅਰਥ ਹੁੰਦਾ ਜਿੰਦੀ ਸਾਰੀ ਵਡਿਆਈ ਕਰਨ, ਜਿਹਨੂੰ ਚਾਰੇ ਪਾਸੋਂ ਸੋਭਾ ਮਿਲੇ, ਚਾਰੇ ਪਾਸੇ ਜਿੰਦਾ ਸਤਿਕਾਰ ਹੋਵੇ, ਉਹਨੂੰ ਸੋਭਾਵੰਤ ਆਖਦੇ ਨੇ। ਹਰ ਦਰਗੇ, ਜਿਹੜਾ ਹਰੀ ਅਕਾਲ ਪੁਰਖ ਵਾਹਿਗੁਰੂ ਦਾ ਦਰ ਹੈ, ਜਿਹੜੀ ਉਹਦੀ ਦਰਗਾਹ ਹੈ, ਉੱਥੇ ਉਹਨੂੰ ਵੱਡੀਆਂ ਵਡਿਆਈਆਂ ਦੀ ਦਾਤ ਮਿਲਦੀ ਹੈ। ਲੇਖਾ ਵੀ ਛੁੱਟ ਗਿਆ ਤੇ ਸੱਚੇ ਸਤਿਗੁਰ ਦੇ ਦਰ ਤੇ ਉਹਨੂੰ ਵਡਿਆਈਆਂ ਵੀ ਪ੍ਰਾਪਤ ਹੋ ਗਈਆਂ ਨੇ, ਸੋਭਾ ਵੀ ਮਿਲ ਗਈ ਹੈ ਜੀ। ਹੁਣ ਗਰਭ ਨਾਹੀ ਬਸੰਤ, ਤੇ ਫਿਰ ਉਹ ਗਰਭ ਦੇ ਵਿੱਚ ਨਹੀਂ ਵਸਦਾ, ਭਾਵ ਜੰਮਣ ਮਰਨ ਦੇ ਵਿੱਚ ਨਹੀਂ ਆਉਂਦਾ। ਉਹਨੂੰ ਜੰਮਣ ਮਰਨ ਦੇ ਵਿੱਚ ਵਸ ਹੈ ਜਿਹੜਾ ਉਹ ਨਹੀਂ ਕਰਨਾ ਪੈਂਦਾ। ਪੁੰਨ ਦਾ ਅਰਥ ਹੁੰਦਾ ਫਿਰ ਤੇ ਗਰਭ, ਮਾਤਾ ਦੇ ਗਰਭ ਨੂੰ ਆਖਿਆ, ਜੂਨਾਂ ਦੇ ਵਿੱਚ ਆਉਣ ਨੂੰ ਆਖਿਆ। ਨਹੀਂ ਬਸੰਤ ਦਾ ਅਰਥ ਹੈ ਵਸਣਾ। ਜਿੰਦੇ ਤੇ ਸੱਚੇ ਸਤਿਗੁਰ ਦੀ ਕਿਰਪਾ ਹੋ ਗਈ ਹੈ, ਨਾਮ ਦੇ ਲੜ ਲੱਗ ਗਈ ਹੈ, ਗੁਰੂ ਦਾ ਕਹਿਣਾ ਮੰਨ ਲਿਆ, ਉਹ ਇਸ ਦੁਨੀਆ ਦੇ ਅੰਦਰ ਸੁਖ ਦੇ ਨਾਲ ਰਹਿੰਦਾ ਹੈ ਤੇ ਧਰਮਰਾਜ ਤੋਂ ਉਹਦਾ ਲੇਖਾ ਵੀ ਗੁਰੂ ਮਹਾਰਾਜ ਜੀ ਪੜਵਾ ਦਿੰਦੇ ਨੇ, ਖਤਮ ਕਰ ਦਿੰਦੇ ਨੇ, ਕਲੀਅਰ ਕੱਟ ਹੋ ਜਾਂਦਾ ਹੈ। ਹਰੀ ਪ੍ਰਮਾਤਮਾ ਸੱਚੇ ਸਤਿਗੁਰ ਦੀ ਦਰਗਾਹ ਦੇ ਵਿੱਚ ਉਹਨੂੰ ਬੜੀ ਵੱਡੀ ਵਡਿਆਈ ਸੋਭਾ ਮਿਲ ਜਾਂਦੀ ਹੈ ਤੇ ਜੰਮਣ ਮਰਨ ਤੋਂ ਮੁਕਤੀ ਹੋ ਜਾਂਦੀ ਹੈ ਜੀ। ਜਾਨੀ ਸੰਤ ਕੀ ਮਿਤਰਾਈ, ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ। ਇਹ ਜੋ ਪਹਿਲੀ ਪੌੜੀ ਦੇ ਵਿੱਚ ਗੁਰੂ ਜੀ ਨੇ ਸਾਨੂੰ ਦਾਤਾਂ ਦੱਸੀਆਂ ਨੇ ਨਾ, ਇਹ ਭਾਈ ਉਹਨੂੰ ਮਿਲਦੀਆਂ ਨੇ। ਜਾਨੀ, ਜਾਨੀ ਦਾ ਅਰਥ ਹੈ ਜਾਣ ਲਈ। ਸੰਤ ਕੀ ਮਿਤਰਾਈ, ਮਿਤਰਾਈ ਦਾ ਅਰਥ ਹੈ ਮਿੱਤਰ ਗੁਣਾ। ਜਿਨੇ ਆਪਣੇ ਗੁਰੂ ਨੂੰ ਮਿੱਤਰ ਸਮਝ ਕੇ ਤੇ ਉਹਦੀ ਗੱਲ ਨੂੰ ਜਾਣ ਲਿਆ। ਮੈਂ ਇੱਥੇ ਥੋੜਾ ਜਿਹਾ ਸਮਾਂ ਲਾਵਾਂਗਾ ਤਾਂ ਕਿ ਗੱਲ ਦੀ ਸਮਝ ਆ ਜਾਵੇ। ਧੰਨ ਗੁਰਬਾਣੀ, ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਆਪਣੇ ਗੁਰਸਿੱਖਾਂ ਦੇ ਨਾਲ ਮੈਤਰੀ ਭਾਵ ਦੇ ਨਾਲ ਰਹਿੰਦੇ ਨੇ। ਅਸੀਂ ਗੁਰੂ ਮਹਾਰਾਜ ਜੀ ਦੇ ਗੁਰਸਿੱਖ ਹਾਂ, ਗੁਰੂ ਜੀ ਦੇ ਉੱਤੇ ਸਾਡੀ ਸ਼ਰਧਾ ਹੈ, ਗੁਰੂ ਜੀ ਦੇ ਅਸੀਂ ਦਾਸ ਹਾਂ, ਸੇਵਕ ਹਾਂ, ਜਾਣਾ। ਪਰ ਗੁਰੂ ਮਹਾਰਾਜ ਜੀ ਸੱਚੇ ਸਤਿਗੁਰੂ ਸਾਡੇ ਨਾਲ ਮੈਤਰੀ ਭਾਵ ਦੇ ਨਾਲ ਰਹਿੰਦੇ ਨੇ, ਆਪਣੇ ਮਿੱਤਰਾਂ ਦੀ ਤਰ੍ਹਾਂ ਸਾਨੂੰ ਸਤਿਕਾਰਦੇ ਨੇ। ਤੇ ਗੁਰੂ ਮਹਾਰਾਜ ਜੀ ਇਸ ਪਾਵਨ ਤੁਕ ਦੇ ਅੰਦਰ ਸਾਨੂੰ ਇਹ ਦੱਸਦੇ ਨੇ, ਜਾਨੀ ਸੰਤ ਕੀ ਮਤਰਾਈ। ਜਾਨੀ ਦਾ ਅਰਥ ਹੁੰਦਾ ਜਾਣ ਲੈਣਾ, ਸਮਝ ਲੈਣਾ, ਤੇ ਸੰਤ ਸ਼ਬਦ ਜਿਹੜਾ ਇੱਥੇ ਗੁਰੂ ਵਾਸਤੇ ਵਰਤਿਆ ਹੈ। ਕੀ ਮਤਰਾਈ, ਮਤਰਾਈ ਦਾ ਅਰਥ ਹੈ ਮੈਤਰੀ ਭਾਵ। ਜਦੋਂ ਕੋਈ ਮੱਤ ਦੇਵੇ ਨਾ, ਉਹਦੀ ਗੱਲ ਨੂੰ ਮੰਨੇ ਤਾਂ ਜਾਂਦਾ ਹੈ ਜੇ ਸਾਡੇ ਅੰਦਰ ਇਹ ਖਿਆਲ ਹੋਵੇ ਵੀ ਇਹ ਬੰਦਾ ਜਿਹੜਾ ਹੈ ਨਾ, ਇਹ ਮੇਰਾ ਭਲਾ ਲੋਚਦਾ ਹੈ। ਜੇ ਕੋਈ ਚੰਗੀ ਗੱਲ ਦੱਸ ਰਿਹਾ ਤੇ ਸਾਡੇ ਅੰਦਰ ਖਿਆਲ ਇਹ ਬਣ ਗਿਆ ਵੀ ਇਹ ਮੇਰੇ ਨਾਲ ਧੋਖਾ ਕਰ ਰਿਹਾ, ਤੇ ਭਾਵੇਂ ਉਹ ਚੰਗੀ ਗੱਲ ਵੀ ਦੱਸਦਾ ਹੋਵੇ ਅਸੀਂ ਮੰਨਦੇ ਨਹੀਂ। ਆਪਾਂ ਸਾਰੇ ਬੈਠੇ ਆ, ਵਿਚਰਦੇ ਆ, ਅੰਦਰ ਮਾਰੀਏ ਨਿਗਾਹ ਥੋੜੀ ਜਿਹੀ, ਆਪਣੇ ਆਪ ਨੂੰ ਖੋਲੀਏ। ਜਦੋਂ ਕੋਈ ਸਾਨੂੰ ਕੁਝ ਕਹਿੰਦਾ ਏ ਤੇ ਅਸੀਂ ਉਹਦੀ ਗੱਲ ਨੂੰ ਉਦੋਂ ਮੰਨਦੇ ਆ ਜਦੋਂ ਸਾਨੂੰ ਇਹ ਪਤਾ ਲੱਗੇ ਵੀ ਇਹ ਸਾਡਾ ਆਪਣਾ ਹੈ ਤੇ ਸਾਨੂੰ ਗਲਤ ਪਾਸੇ ਨਹੀਂ ਲਿਜਾਏਗਾ, ਫਿਰ ਅਸੀਂ ਉਹਦੀ ਗੱਲ ਨੂੰ ਮੰਨ ਲਵਾਂਗੇ। ਤੇ ਜੇ ਸਾਡੇ ਅੰਦਰ ਇਹ ਭਾਵ ਬਣ ਜਾਵੇ, ਇਹ ਖਿਆਲ ਬਣ ਜਾਵੇ ਵੀ ਇਹ ਤਾਂ ਬੰਦਾ ਆਪ ਹੀ ਗਲਤ ਹੈ ਤੇ ਸਾਨੂੰ ਵੀ ਗਲਤ ਪਾਸੇ ਲਾਏਗਾ, ਤੇ ਫਿਰ ਆਪਾਂ ਉਹਦੀ ਗੱਲ ਥੋੜੀ ਮੰਨਾਂਗੇ। ਜੇ ਉਹ ਚੰਗਾ ਵੀ ਹੋਵੇ ਤੇ ਫਿਰ ਵੀ ਜੇ ਸਾਨੂੰ ਇਹ ਅੰਦਰ ਖਿਆਲ ਬਣ ਜਾਏ ਵੀ ਇਹ ਸਾਨੂੰ ਚੰਗੀ ਮੱਤ ਨਹੀਂ ਦੇ ਰਿਹਾ, ਫਿਰ ਅਸੀਂ ਉਹਦੀ ਗੱਲ ਨੂੰ ਸੁਣਦੇ ਵੀ ਨਹੀਂ। ਹੁਣ ਜਿਨ੍ਹਾਂ ਗੁਰੂ ਸਵਾਰਿਆਂ ਨੇ ਆਪਣੇ ਅੰਦਰ ਇਹ ਖਿਆਲ ਬਣਾ ਲਿਆ, ਜਿਨ੍ਹਾਂ ਨੂੰ ਇਹ ਗੱਲ ਦਾ ਪਤਾ ਲੱਗ ਗਿਆ, ਜਿਨ੍ਹਾਂ ਨੇ ਇਹ ਜਾਣ ਲਿਆ ਕਿ ਗੁਰੂ ਮਹਾਰਾਜ ਜੀ ਸਾਨੂੰ ਮੈਤਰੀ ਭਾਵ ਦੇ ਨਾਲ ਦੱਸ ਰਹੇ ਨੇ ਵੀ ਸਾਡਾ ਭਲਾ ਹੋਵੇ, ਕਿਉਂਕਿ ਮਿੱਤਰ ਹੈ ਜਿਹੜਾ ਉਹ ਆਪਣੇ ਮਿੱਤਰ ਦਾ ਭਲਾ ਲੋਚਦਾ ਹੈ। ਜਾਨੀ ਸੰਤ ਕੀ ਮਤਰਾਈ, ਜਿਨ੍ਹਾਂ ਨੇ ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਦੇ ਇਸ ਮੈਤਰੀ ਭਾਵ ਨੂੰ ਜਾਣਨਾ ਕੀਤਾ ਹੈ ਜੀ। ਹਰ ਕਿਰਪਾ ਦੀਨੋ ਹਰ ਨਾਮਾ ਪੂਰਬ ਸੰਜੋਗ ਮਿਲਾਈ। ਉਹਨਾਂ ਤੇ ਫਿਰ ਗੁਰੂ ਨੇ ਕਿਰਪਾ ਕਰਕੇ ਰੱਬ ਦਾ ਨਾਮ ਉਹਨਾਂ ਦੇ ਅੰਦਰ ਵਸਾਇਆ। ਅਸੀਂ ਸ਼ਿਕਾਇਤ ਕਰਦੇ ਹਾਂ ਨਾ, ਸਾਡਾ ਮਨ ਨਾਮ ਨਹੀਂ ਜਪਦਾ, ਮਨ ਨਹੀਂ ਖੜਦਾ, ਸਿਮਰਨ ਕਰੀਦਾ ਤੇ ਮਨ ਇਹਨਾਂ ਜਿਹੜਾ ਭੱਜਿਆ ਫਿਰਦਾ ਹੈ। ਤੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਫਿਰ ਤੂੰ ਗੁਰੂ ਨੂੰ ਆਪਣਾ ਮੈਤਰੀ ਭਾਵ ਹੈ ਜਿਹੜਾ ਉਹ ਨਹੀਂ ਜਨਾਇਆ। ਤੂੰ ਗੁਰੂ ਦੀ ਗੱਲ ਨੂੰ ਨਾ ਉਸ ਤਰ੍ਹਾਂ ਨਹੀਂ ਮੰਨਿਆ ਜਿਵੇਂ ਤੈਨੂੰ ਮੰਨਣਾ ਚਾਹੀਦਾ ਸੀ, ਕਿਤੇ ਨਾ ਕਿਤੇ ਕਮੀ ਜ਼ਰੂਰ ਹੈ। ਕਰ ਕਿਰਪਾ ਦੀਨੋ ਹਰ ਨਾਮਾ, ਜਿਹੜੇ ਗੁਰੂ ਮਹਾਰਾਜ ਜੀ ਸੱਚੇ ਸਤਿਗੁਰੂ ਨੂੰ ਆਪਣਾ
ਮੈਤਰੀ ਭਾਵ ਵਾਲਾ ਜਾਣ ਲੈਂਦੇ ਨੇ ਵੀ ਗੁਰੂ ਸਾਡਾ ਭਲਾ ਲੋਚਦਾ ਹੈ, ਤੇ ਫਿਰ ਗੁਰੂ ਕਿਰਪਾ ਕਰਦਾ, ਉਹਨਾਂ ਨੂੰ ਨਾਮ ਦੀ ਦਾਤ ਦਿੰਦਾ ਜੇ। ਪੂਰਬ ਸੰਜੋਗ ਮਲਾਈ ਤੇ ਗੁਰੂ ਦੀ ਰਹਿਮਤ ਕਿਰਪਾ ਹੋ ਜਾਂਦੀ ਹੈ। ਫਿਰ ਸਾਡੇ ਪੁਰਬਲੇ ਜਨਮ ਜਿਹੜੇ ਹੁੰਦੇ ਨੇ ਉਹਨਾਂ ਦੇ ਸੰਜੋਗ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਵੀ ਮਿਲਾ ਦਿੰਦਾ ਹੈ ਜੀ। ਰਹਾਉ ਗੁਰ ਕੈ ਚਰਨ ਚਿਤ ਲਾਗਾ। ਅੱਗੇ ਧੰਨ ਗੁਰੂ ਮਹਾਰਾਜ ਜੀ ਵਿਸ਼ਰਾਮ ਲਾ ਕੇ ਕਿਰਪਾ ਕਰਦੇ ਨੇ। ਗੁਰੂ ਪਿਆਰਿਆ, ਗੁਰ ਕੈ ਚਰਨ ਚਿਤ ਲਾਗਾ, ਜਿਨ੍ਹਾਂ ਦਾ ਚਰਨ ਗੁਰੂ ਦੇ ਚਰਨਾਂ ਦੇ ਨਾਲ ਚਿਤ ਲੱਗ ਗਿਆ ਹੈ, ਭਾਵ ਜਿਨ੍ਹਾਂ ਨੂੰ ਆਪਣੇ ਗੁਰੂ ਦੇ ਚਰਨਾਂ ਦੇ ਨਾਲ ਪ੍ਰੇਮ ਹੋ ਗਿਆ, ਜਿਨ੍ਹਾਂ ਦੇ ਅੰਦਰ ਗੁਰੂ ਮਹਾਰਾਜ ਜੀ ਦੇ ਚਰਨਾਂ ਦੀ ਸ਼ਰਧਾ ਭਾਵਨਾ ਸਤਿਕਾਰ ਬਣ ਗਿਆ ਹੈ ਜੀ। ਤਨ ਤਨ ਸੰਜੋਗ ਸੁਭਾਗਾ। ਉਹ ਆਪ ਧਨਤਾ ਦੇ ਯੋਗ ਹੋ ਗਏ ਨੇ, ਤੇ ਉਹਨਾਂ ਦਾ ਗੁਰੂ ਦੇ ਨਾਲ ਜਿਹੜਾ ਸੰਜੋਗ ਹੋਇਆ ਨਾ, ਉਹ ਵੀ ਧਨਤਾ ਦੇ ਯੋਗ ਹੈ, ਤੇ ਸਾਰਿਆਂ ਤੋਂ ਵੱਡਿਆਂ ਭਾਗਾਂ ਵਾਲਾ ਉਹ ਹੈ। ਇਸ ਦੁਨੀਆ ਦੇ ਵਿੱਚ ਜੇ ਕੋਈ ਵੱਡੇ ਭਾਗਾਂ ਵਾਲਾ ਹੈ, ਜਿਹਨੂੰ ਸੁਭਾਗਾ ਆਖਿਆ ਜਾਂਦਾ ਹੈ, ਤੇ ਕੇਵਲ ਉਹ ਹੈ ਜਿੰਦਾ ਚਿੱਤ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਜੁੜ ਗਿਆ, ਜਿਹਨੇ ਆਪਣੇ ਚਿੱਤ ਨੂੰ ਗੁਰੂ ਚਰਨਾਂ ਦੇ ਨਾਲ ਲਾ ਲਿਆ। ਗੁਰ ਕੇ ਚਰਨ ਚਿਤ ਲਾਗਾ, ਧੰਨ ਧੰਨ ਸੰਜੋਗ ਸੁਭਾਗਾ। ਸੰਜੋਗ ਦਾ ਅਰਥ ਹੁੰਦਾ ਉਹ ਸਮਾਂ ਜਦੋਂ ਇਹ ਜੋਗ ਬਣ ਜਾਵੇ, ਆਪਸੀ ਮਿਲਾਪ ਦਾ। ਸੁਭਾਗਾ ਹੁੰਦਾ ਸ੍ਰੇਸ਼ਟ ਭਾਗਾਂ ਵਾਲਾ, ਉਹ ਗੁਰਮੁਖ ਪਿਆਰਾ ਜਿਹੜਾ ਸ੍ਰੇਸ਼ਟ ਭਾਗਾਂ ਵਾਲਾ ਹੈ। ਉਹ ਸੰਜੋਗ ਜਿਹੜਾ ਸਮਾਂ ਬਣਿਆ ਮੇਲ ਮਿਲਾਪ ਵਾਲਾ, ਉਹ ਵੀ ਹੁਣ ਸ੍ਰੇਸ਼ਟ ਹੈ, ਤੇ ਧਨਤਾ ਦੇ ਯੋਗ ਹੈ। ਧੰਨ ਨੇ ਜਿਨੇ ਆਪਣਾ ਮਨ ਗੁਰੂ ਦੇ ਚਰਨਾਂ ਦੇ ਨਾਲ ਜੋੜ ਲਿਆ ਹੈ ਜੀ। ਸੰਤ ਕੀ ਧੂਰ ਲਾਗੀ ਮੇਰੇ ਮਾਥੇ। ਸੱਚੇ ਸਤਿਗੁਰ ਕਿਰਪਾ ਕਰਦੇ ਨੇ, ਜਦੋਂ ਗੁਰੂ ਮਹਾਰਾਜ ਜੀ ਦੇ ਚਰਨਾਂ ਦੀ ਧੂੜ ਸਾਡੇ ਮੱਥੇ ਤੇ ਲੱਗ ਜਾਵੇ, ਭਾਵ ਗੁਰੂ ਦਾ ਉਪਦੇਸ਼ ਹੈ, ਜਿਹੜਾ ਗੁਰਬਾਣੀ ਦਾ ਉਪਦੇਸ਼ ਹੈ, ਇਹ ਗੁਰਸਿੱਖ ਦੇ ਲਈ ਗੁਰੂ ਦੇ ਚਰਨਾਂ ਦੀ ਧੂੜ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਸਤਿਗੁਰ ਦੇ ਅੰਦਰ ਜੋ ਗਿਆਨ ਦਿੱਤਾ ਹੈ, ਜੋ ਉਪਦੇਸ਼ ਦਿੱਤਾ ਹੈ ਨਾ, ਇਹ ਗੁਰੂ ਮਹਾਰਾਜ ਜੀ ਦੇ